भारतीय जनता पार्टी वाले जो जीते हैं उनको भी बधाई, कांग्रेस वाले जो जीते हैं उनको भी बधाई, निर्दलीय जो जीते हैं उनको भी बधाई, और जो हारे हैं उनसे मैं निवेदन करना चाहता हूं कि मायूस मत होना, दिल्ली को ठीक करने में हम आपका भी सहयोग लेंगे। 15 साल बाद एमसीडी में जनता जीत गई, नेता हार गए। पिछली बार इन्हों 53.6% वोटां पईयां ते अज घट गई इन्हों वोटां। इन्हों की तो वोट परसेंटेज घट रही है। भारतीय जनता पार्टी ने कहते सी ये तो 10 सीटां नहीं टप्पण देंगे, तो फिर 100 तो प्लस कर गई है। वो सारी जी कांग्रेस को पता भी असी जित नहीं पा रहे, पर वोट शिफ्ट कर रहे हैं आम आदमी पार्टी को, क्योंकि पहला भी ये इकट्ठे रह के सरकार बनाई हुई दिल्ली च। ये भारतीय जनता पार्टी डर के काम करते पे है। ਇਹਨਾਂ ਦੇ ਮਨ ਦੀ ਕਾਢ ਹੋ ਸਕਦੀ ਹੈ, ਪਰ ਸਾਡਾ ਮਕਸਦ ਜਿਹੜਾ ਹੈਗਾ ਉਹ ਇਹ ਹੈ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ, ਅਸੀਂ ਲੋਕਾਂ ਦੇ ਕੰਮ ਕਰਨ ਆਏ ਹਾਂ। ਪਰ ਭਾਜਪਾ ਦਾ ਕਹਿਣਾ ਕਿ ਤੁਹਾਡੀ ਵੋਟ ਜਿਹੜੀ ਹੈਗੀ ਆਪ ਵੱਲ ਚਲੀ ਗਈ, ਇਸ ਕਰਕੇ ਆਪ ਨੂੰ ਇੰਨਾ ਕੁ ਹੁਲਾਰਾ ਮਿਲਿਆ। ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਜਿਨ੍ਹਾਂ ਦਾ ਅੱਜ ਨਤੀਜਾ ਆਇਆ, ਇਹਦੇ ਵਿੱਚ ਇਹਨਾਂ ਦੀ ਕੋਈ ਬੀਜੇਪੀ ਦੇ ਨਾਲ ਕੋਈ ਅੰਡਰਸਟੈਂਡਿੰਗ ਹੈ, ਸਾਫ਼ ਪਤਾ ਲੱਗਦਾ। ਗੁਜਰਾਤ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਲਈ ਹੈ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ। ਜੇ ਕਾਂਗਰਸ ਨੇ ਚੰਗੇ ਕੰਮ ਕੀਤੇ ਸੀ ਤਾਂ ਫਿਰ ਦਿੱਲੀ 'ਚ ਉਹਨੂੰ ਹੁਲਾਰਾ ਮਿਲਣਾ ਚਾਹੀਦਾ ਸੀ। ਦੇਖੋ ਮੈਂ ਉਹੀ ਤਾਂ ਦੱਸ ਰਿਹਾ ਜੀ, ਜਦੋਂ ਆਪੋਜੀਸ਼ਨ ਪਾਰਟੀਆਂ ਆਪਸ ਦੇ ਵਿੱਚ ਰਲ ਕੇ ਗੇਮ ਖੇਡਣਾ ਸ਼ੁਰੂ ਕਰ ਦੇਣ ਤਾਂ ਇਹੋ ਜਿਹਾ ਕੁਝ ਹੁੰਦਾ ਹੈ। ਜੇ ਹੁਣ ਗੁਜਰਾਤ ਦੇ ਵਿੱਚ ਕਿੰਨੇ % ਵੋਟ ਲੈਂਦੀ ਹੈ, ਕਿੰਨੀਆਂ ਕੁ ਸੀਟਾਂ ਲੈਂਦੀ ਹੈ, ਮੈਂ ਕਹਿੰਦਾ ਜੇ ਉੱਥੇ ਥੋੜ੍ਹੀਆਂ ਜਿਹੀਆਂ ਸੀਟਾਂ ਵੀ ਲੈ ਜਾਂਦੀ ਹੈ ਜਾਂ ਹੋਰ ਹੈ, ਤਾਂ ਇਹਨਾਂ ਦੂਜੀਆਂ ਪਾਰਟੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇੱਕ ਤੀਜੀ ਜਿਹੜੀ ਧਿਰ ਹੈ ਉਹ ਇੱਕ ਨੈਸ਼ਨਲ ਪਾਰਟੀ ਵਜੋਂ ਜਿਹੜੀ ਉੱਪਰ ਆ ਰਹੀ ਆ ਆਉਣ ਵਾਲੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ। ਲੋਕਾਂ ਦੇ ਵਿੱਚ, ਆਵਾਮ ਦੇ ਵਿੱਚ ਤੁਹਾਡੀ ਪਾਰਟੀ ਕਿਵੇਂ ਕਿਸੇ ਗੱਲ ਨੂੰ ਲੈ ਕੇ ਜਾਂਦੀ ਹੈ। ਇੱਥੇ ਇਹ ਨਹੀਂ ਕਿ ਕਿਹਦੀ ਬੀ ਟੀਮ ਹੈ, ਕਿਹਦੀ ਏ ਟੀਮ ਹੈ। ਇਹ ਗੱਲ ਹੁਣ ਤੱਕ ਚਲੋ ਅੱਜ ਇੱਥੇ ਅਕਾਲੀ ਦਲ ਦਾ ਨੁਮਾਇੰਦਾ ਵੀ ਮੇਰਾ ਖਿਆਲ ਹੋਣਾ ਚਾਹੀਦਾ ਸੀ, ਕਿਉਂਕਿ ਲੰਬਾ ਸਮਾਂ ਬੀਜੇਪੀ ਨਾਲ ਭਾਈਵਾਲੀ ਰਹੀ ਹੈ। ਸਿੱਧੂ ਸਾਹਿਬ 270 ਚੋਂ 181 ਸੀਟਾਂ ਪਿਛਲੀ ਵਾਰ ਲੈ ਗਏ ਸੀ, ਹੁਣ 250 ਸੀਟਾਂ ਤੇ ਇਲੈਕਸ਼ਨ ਸੀ, ਉਹਦੇ ਵਿੱਚੋਂ ਫਿਰ ਅਸੀਂ 104 'ਚ ਲੈ ਗਏ। ਇਹ ਕਹਿੰਦੇ ਬੜੀ ਬੁਰੀ ਤਰ੍ਹਾਂ ਹਾਰ ਗਏ, ਅਸੀਂ ਤਾਂ ਫਿਰ ਖੜੇ ਆ। ਝੂਠ ਕੌਣ ਬੋਲ ਰਿਹਾ, ਦਿੱਲੀ ਦੀ ਜਨਤਾ ਜਾਣਦੀ ਹੈ। ਠੀਕ ਹੈ, ਆਹ ਹੰਕਾਰ ਸਾਨੂੰ ਕਹਿ ਰਿਹਾ, ਹੰਕਾਰ ਇਹਨਾਂ ਦਾ ਝਲਕ ਰਿਹਾ ਕਿ ਇਹ ਐਡੀ ਵੱਡੀ ਹਾਰ ਹੋਣ ਦੇ ਬਾਵਜੂਦ ਵੀ ਆਪਣੀ ਹਾਰ ਕਬੂਲ ਨਹੀਂ ਕਰ ਰਹੇ। ਜਿੱਤ ਇਹਨਾਂ ਨੂੰ ਮੁਬਾਰਕ ਹੈ, ਜਿੱਤ ਜਿਹੜਾ ਵੀ ਜਿੱਤੇ ਉਹ ਵੋਟਰ ਜਿੱਤਦੇ ਆ, ਕਿਉਂਕਿ ਜਨਤਾ ਨੂੰ ਕੁਛ ਨਾ ਕੁਛ 15 ਸਾਲ ਤੋਂ ਬੀਜੇਪੀ ਸੀ, ਸ਼ਾਇਦ ਲੱਗਦਾ ਹੋਊਗਾ ਸਾਡੇ 'ਚ ਕੋਈ ਕਮਜ਼ੋਰੀ ਹੋਊਗੀ, ਅਸੀਂ ਕਮਜ਼ੋਰੀ ਤੇ ਕੰਮ ਕਰਾਂਗੇ। ਤਾਂ ਵਾਸਤੇ ਕੰਮ ਕੀਤਾ ਹੁੰਦਾ ਤੇ ਤੁਹਾਡਾ ਇਹ ਹਸ਼ਰ ਨਾ ਹੁੰਦਾ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਤੁਹਾਡੇ ਸਿਮਟ ਜਾਂਦੇ, ਔਰ ਤੁਸੀਂ 15 ਸਾਲ ਰਾਜ ਕਰਨ ਦੇ ਬਾਵਜੂਦ ਵੀ ਐਮਸੀਡੀ ਚੋਂ ਬਾਹਰ ਹੋ ਗਏ। ਮੈਂ ਖੁਦ ਜਾ ਕੇ ਐਮਸੀਡੀ ਦੇ ਸਕੂਲ ਦੇਖ ਕੇ ਆਇਆ ਦਿੱਲੀ ਦੇ ਵਿੱਚ, ਜਿਹੜੇ ਵਰਲਡ ਲੈਵਲ ਤੇ ਬਣੇ ਹੋਏ ਆ। ਹੁਣ ਪਤਾ ਕੀ ਕਰਨਾ, ਕੇਜਰੀਵਾਲ ਸਾਹਿਬ ਨੇ ਉੱਥੇ ਜਾ ਕੇ ਕੈਮਰੇ ਬਣਾ ਕੇ ਅਸੀਂ ਐਮਸੀਡੀ ਦੇ ਸਕੂਲ ਬੜੀਆ ਕਰਦੀ ਹੈ। ਇਹ ਝੂਠ ਬੋਲਣਗੇ। ਸਤਿੰਦਰ ਜੈਨ ਜਿਹੜਾ ਮਸਾਜਾ ਕਰਾ ਰਿਹਾ ਨਾ, ਉਹ ਸਾਰਾ ਹਲਕਾ ਉਹਦਾ ਹਾਰ ਗਿਆ। ਸਿਸੋਦੀਆ ਦਾ ਸਾਰਾ ਹਲਕਾ ਹਾਰ ਗਿਆ। ਈਸਟ ਦਿੱਲੀ ਅਸੀਂ ਜਿੱਤ ਗਏ ਆ, ਸਾਊਥ ਦਿੱਲੀ ਜਿੱਤ ਗਿਆ। ਉੱਥੇ ਕਿੱਦਾਂ ਸਾਨੂੰ ਫਿਰ ਜਿੱਤ ਮਿਲ ਗਈ? ਇੱਕ ਡਾਕਟਰ ਦੱਸ ਦੇਣ ਜੇ ਇਹਨਾਂ ਨੇ ਅਪੁਆਇੰਟ ਕੀਤਾ ਤਾਂ। ਮੈਂ ਇਹੀ ਕਹਿਣਾ ਚਾਹੁੰਦਾ, ਮੁਹੱਲਾ ਕਲੀਨਿਕਾਂ ਦੀਆਂ ਕੰਧਾਂ ਇਲਾਜ ਨਹੀਂ ਕਰਦੀਆਂ, ਉੱਥੇ ਡਾਕਟਰ ਇਲਾਜ ਕਰਦੇ ਆ। ਤੇ ਜੇ ਉਹੀ ਡਾਕਟਰ ਤੁਸੀਂ ਹਸਪਤਾਲਾਂ 'ਚ ਉਠਾ ਕੇ ਮੁਹੱਲਾ ਕਲੀਨਿਕਾਂ 'ਚ ਬਿਠਾਤੇ ਤੇ ਫਿਰ ਤੁਸੀਂ ਕੁਝ ਕੀਤਾ ਕੀ, ਲਿਆਂਦਾ ਕੀ, ਨਵਾਂ ਕੀ ਕੀਤਾ? ਤੇ ਅੱਜ ਸਾਡੇ ਕੋਲ ਪੰਜਾਬ ਦੇ ਅੰਦਰ ਸਰਕਾਰ ਹੈਗੀ ਆ ਤੇ ਅਸੀਂ ਪਾਰਟੀ ਦੀ ਕਾਰਗੁਜ਼ਾਰੀ ਤੋਂ ਸੈਟੀਸਫਾਈਡ ਆ। ਸਾਡੇ 10 ਰਾਜ ਸਭਾ ਮੈਂਬਰ ਨੇ ਤੇ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਸਾਡੇ 4 ਸੰਸਦ ਵੀ ਰਹਿ ਚੁੱਕੇ ਨੇ ਤੇ ਅਸੀਂ 2024 ਦੇ ਵਿੱਚ ਵਧੀਆ ਪਰਫਾਰਮ ਕਰਾਂਗੇ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਦਿੱਲੀ ਨਗਰ ਨਿਗਮ ਜਿਹੜੇ ਨਤੀਜੇ ਸਾਹਮਣੇ ਆਏ ਹੈ, ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਕਿ ਦਿੱਲੀ ਮੁੜ ਕੇ ਆਪ ਦੇ ਰੰਗ 'ਚ ਰੰਗੀ ਗਈ ਹੈ। ਜਿੱਥੋਂ ਤੱਕ ਸਵਾਲ ਹੈ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਮੁੱਖ ਮੰਤਰੀ, ਇਸੇ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਇਹਨਾਂ ਦੀ ਜੋੜੀ ਨੇ ਕੌਮੀ ਪੱਧਰ ਦੀ ਰਾਜਨੀਤੀ 'ਚ ਇੱਕ ਵਾਰ ਫਿਰ ਸੁਨੇਹਾ ਦਿੱਤਾ ਹੈ ਕਿ ਤਬਦੀਲੀਆਂ ਲਈ ਜੇ ਦ੍ਰਿੜਤਾ ਹੋਵੇ ਤਾਂ ਤਬਦੀਲੀਆਂ ਵੀ ਲਿਆਂਦੀਆਂ ਜਾ ਸਕਦੀਆਂ। ਖਾਸ ਤੌਰ 'ਤੇ 15 ਸਾਲਾਂ ਬਾਅਦ ਭਾਜਪਾ ਨੂੰ ਬਹੁਤ ਵੱਡਾ ਝਟਕਾ ਲੱਗਿਆ ਦਿੱਲੀ ਦੇ ਵਿੱਚ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਾਂਗਰਸ ਪੂਰੀ ਤਰ੍ਹਾਂ ਦਿੱਲੀ 'ਚ
ਹਾਸ਼ੀਆ ਤੇ ਚਲੀ ਗਈ ਹੈ। ਜਿਹੜੇ ਨਤੀਜੇ ਸਾਹਮਣੇ ਆਏ ਹੈ, ਸਪਸ਼ਟ ਬਹੁਮਤ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਨਗਰ ਨਿਗਮ ਦੀਆਂ ਚੋਣਾਂ 'ਚ ਹਾਸਲ ਹੋਇਆ ਹੀ ਹੋਇਆ। ਪਰ ਕੀ ਸੁਨੇਹਾ ਹੈ ਪੰਜਾਬ ਤੇ ਦੇਸ਼ ਲਈ ਤੇ ਦਿੱਲੀ ਦੇ ਲੋਕਾਂ ਲਈ? ਇਹਨਾਂ ਮੁੱਦਿਆਂ ਤੇ ਆਪਾਂ ਚਰਚਾ ਕਰਨ ਤੋਂ ਪਹਿਲਾਂ ਮਹਿਮਾਨਾਂ ਦੀ ਮੈਂ ਜਾਣ ਪਛਾਣ ਜ਼ਰੂਰ ਆਪਣੇ ਦਰਸ਼ਕਾਂ ਨਾਲ ਕਰਵਾਵਾਂਗਾ। ਆਪਾਂ ਸੁਣਦੇ ਹਾਂ ਕਿ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਕੀ ਟਿੱਪਣੀਆਂ ਕਰਦੇ ਹੈ ਜੀ। आई लव यू टू। जितने कैंडिडेट्स जीते हैं उन सब लोगों को बहुत बहुत बधाई। आम आदमी पार्टी वाले जो जीते हैं उनको भी बधाई, भारतीय जनता पार्टी वाले जो जीते हैं उनको भी बधाई, कांग्रेस वाले जो जीते हैं उनको भी बधाई, निर्दलीय जो जीते हैं उनको भी बधाई, और जो हारे हैं उनसे मैं निवेदन करना चाहता हूं कि मायूस मत होना, दिल्ली को ठीक करने में हम आपका भी सहयोग लेंगे। अब अपने को सबको मिलके काम करना है। मेरी सबसे अपील है सभी कैंडिडेट से, सभी पार्टियों से, कि बस राजनीति आज तक की थी, आज तक जितनी राजनीति करनी थी कर ली। अब अपने को सबको मिलके काम करना है, सबको मिलके दिल्ली ठीक करनी है। इसमें मैं बीजेपी का भी सहयोग चाहता हूं, इसमें मैं कांग्रेस का भी सहयोग चाहता हूं, मैं सबका सहयोग चाहता हूं। सबके सहयोग से हम दिल्ली को ठीक करेंगे, सब मिलके दिल्ली को ठीक करेंगे। 250 के 250 पार्षद जो चुन के आए हैं, मैं अब उनसे निवेदन करता हूं कि आप किसी पार्टी के पार्षद नहीं, अब आप दिल्ली के पार्षद हैं, मिलके दिल्ली को ठीक करेंगे। और आज के बाद से मैं सभी पार्टियों का भी सहयोग की अपेक्षा करता हूं कि हम सारी पार्टियों को साथ लेके चलेंगे। जिन लोगों ने हमें वोट दिया उनका बहुत बहुत शुक्रिया, जिन्होंने वोट नहीं दिया उनको मैं कहना चाहता हूं पहले आपके काम कराएंगे फिर दूसरों के काम कराएंगे। बहुत 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 बधाई मेरी तरफ से भी। इनकलाब, भारत माता की वंदे। मैं आपको बहुत बहुत बधाई देता हूं क्योंकि इलेक्शन लड़ते नेता हैं लेकिन फाइनल जनता करती है, तो जनता जीत गई। आज 15 साल बाद एमसीडी में जनता जीत गई, नेता हार गए। आपने अपने दोस्तों को, अपने बड़े छोटे भाइयों को जिताया। अरविंद केजरीवाल जी ने कहा था कि मुझे एमसीडी भी दे दो, मैं ये भी ठीक कर दूंगा। देखो, दिल्ली को देश का दिल कहा जाता है और आम आदमी पार्टी 10 साल की हुई अभी 26 नवंबर को, और दिल्ली आम आदमी पार्टी ने दिल्ली भी जीती है और दिल भी जीते हैं। हुकूमत वो करते हैं जिनका दिलों पर राज होता है। यूं कहने को तो मुर्गे के सर पे भी ताज होता है। देखिए, हम वादे नहीं करते, हम गारंटियां देते हैं कि 1 जुलाई से हमने गारंटी दी थी। 1 जुलाई से पंजाब में बिजली के बिल हमने फ्री किए। 75 लाख मीटर हैं, उसमें से 61 लाख मीटरों को बिजली का बिल 0 आया जी। और अगला दिसंबर का बिल 67 लाख, जो 67 वाला हमारा आंकड़ा नहीं है, जब पहली बार 70 से जीते थे, 67 लाख घरों को 0 बिल आएगा। जनवरी का नए साल का तोहफा पंजाबियों के लिए यह होगा आम आदमी पार्टी का, 71 लाख घरों को 0 बिल आएगा सर। और ये हम हवा में नहीं बताते कि आपके खाते में 15 लाख आ जाएगा वगैरह वगैरह, हम तो करते हैं भाई। हम 15 लाख नहीं, हम तो ये कहते हैं आपकी शिक्षा फ्री हो जाएगी, आपका स्कूल अच्छे हो जाएंगे, बिजली फ्री हो जाएगी, इंफ्रास्ट्रक्चर बहुत अच्छा हो जाएगा, और महिलाओं के लिए हमने अलग से सम्मान राशि रखी हुई है, और बाकी हॉस्पिटल वर्ल्ड क्लास, वर्ल्ड लेवल के हो जाएंगे। दिल्ली के अंदर
अभी मैं भाजपाइयों को सुन रहा था, अभी भी कह रहे हैं मेयर हमारा होगा। 20-25 सीटें कम है और हमारी सीटें बहुमत से ज्यादा, काफी ज्यादा हैं, फिर भी कह रहे हैं मेयर हमारा होगा। दुनिया की सबसे बड़ी बेशर्म पार्टी है भारतीय जनता पार्टी, जो वो खुद ही कह रही है कि वो भारतीय खोखा पार्टी है, खोखा पार्टी है। इसलिए दिल्ली में मेयर भी आम आदमी पार्टी का होगा और दिल्ली के कूड़े के पहाड़ पर, दिल्ली के कूड़ा राज पर, एमसीडी के भ्रष्टाचार के राज पर दिल्ली की जनता ने झाड़ू चलाने का काम किया है, झाड़ू चलाने का काम किया है। मैं फिर से एक बार आप सबको हृदय की गहराइयों से बधाई देते हुए यह कहना चाहता हूं कि दुनिया की सबसे बड़ी पार्टी के लोगों, अहंकार में मत रहो। 400 सांसद तुमने दिल्ली में लगाए, मोदी जी, अमित शाह जी की फोटो लगाई, नड्डा जी को चुनाव का प्रभार दिया, 17 केंद्रीय मंत्री और 8 मुख्यमंत्री लगाए, बावजूद इसके दिल्ली के बेटे को, अरविंद केजरीवाल को दिल्ली की जनता ने जिताया। बिल्कुल ये स्वाभाविक है। जिस तो बाद किस तरीके नाल, किस कदर जिहड़ा हैगा राजसी आगू उन्हां दी बोली बदल जाती है, जां किस मान दे नाल ते किस हौसले नाल चर्चा करते हैं। खैर हक भी है जिते कैसी चीज़ हुंदी है, पर आपां मेहमानां दी जान पछाण कराउने हैं ते इन्हां मुद्दिआं ते चर्चा आपां शुरू करते हैं। दिल्ली नगर निगम दीआं चोणां की सुनेहा है, नज़रिया अपना अपना। साडे नाल जिहड़े मेहमान इस वेले जुड़ चुके हैं, गोविंदर मित्तल जी ने आम आदमी पार्टी के बुलारे ने, इस तरीके नाल गुरदीप सिंह गोशा जी ने भारतीय जनता पार्टी के बुलारे, कंवर हरप्रीत सिंह कांग्रेस पार्टी के बुलारे, साडे सीनियर जर्नलिस्ट मेहमान प्रीतम रुपाल। सारे मेहमानों का मैं तुहाडे वालों पैनल ते आउण लई जी आखदा, वेलकम करदा। गोशा जी, पहला सवाल मैं तुहाडे तो लैण लग्या। तुसीं सुनिया ही है जिस तरीके नाल जिहड़ा हैगा आम आदमी पार्टी ने जित तो बाद अरविंद केजरीवाल ने कहा कि सारिਆਂ ਦਾ सहयोग, पंजाब के मुख्यमंत्री ने कहा कि जो पंजाब च गारंटियां दित्तियां गईयां ਉਹਦੀ भी एक बहुत वड्डी वजह है, कौमी पद्धर ते जिद्दां दा सुनेहा जांदा है। और संजय सिंह जिहड़े इस मुद्दे ते बोले है, जित तां हाई है 15 सालों बाद, क्योंकि भाजपा नूं उत्थों हार का सामना करना पिया, पर संजय सिंह उन्होंने कहना कि देखो किहो जी भाजपा पार्टी है कि अजे भी कहती है मेयर साडा ही बनेगा। गोशा जी, ये जित नूं ते इस दावेदारी नूं किवें देखदे हो? सिद्धू साहब, गल इदां है, पहला तां मैं दिल्ली दे वोटरां नूं ਵਧਾਈ दिना जी कि ਜਿਹੜੇ ਪੀਸਫੁਲੀ ਇਲੈਕਸ਼ਨ ਹੋਈ ਹੈ। ਦੇਖੋ, ਪਰ ਇੱਕ ਦੁਖਾਂਤ ਵੀ ਹੈ ਕਿ ਸਿਰਫ 50% ਵੋਟ ਪਈ ਹੈ। ਦੂਜੀ ਗੱਲ, ਆਮ ਆਦਮੀ ਪਾਰਟੀ ਦੀ ਜਿਹੜੇ ਅੱਜ ਸੰਜੇ ਸਿੰਘ ਜੀ ਬੜੇ ਘਮੰਡ 'ਚ ਬੋਲ ਰਹੇ ਨਾ, ਘਮੰਡ ਟੁੱਟ ਜਾਂਦਾ ਹੁੰਦਾ, ਇੰਨਾ ਘਮੰਡ ਚੰਗਾ ਨਹੀਂ ਹੁੰਦਾ। ਉਹਨਾਂ ਨੂੰ ਸ਼ਾਇਦ ਤੱਥਾਂ ਦੀ ਕਮੀ ਹੈ। ਜੇ ਵਿਧਾਨ ਸਭਾ ਦੇ ਅੰਦਰ ਪਿਛਲੀ ਵਾਰ ਇਹਨਾਂ ਨੂੰ 53.6% ਵੋਟਾਂ ਪਈਆਂ ਤੇ ਅੱਜ ਘਟ ਗਈਆਂ ਇਹਨਾਂ ਨੂੰ ਵੋਟਾਂ। ਇਹਨਾਂ ਦੀ ਤਾਂ ਵੋਟ ਪਰਸੈਂਟੇਜ ਘਟ ਰਹੀ ਹੈ। ਭਾਰਤੀ ਜਨਤਾ ਪਾਰਟੀ ਨੂੰ ਇਹ ਕਹਿੰਦੇ ਸੀ ਇਹ ਤਾਂ 10 ਸੀਟਾਂ ਨਹੀਂ ਟੱਪਣ ਦੇਵਾਂਗੇ, ਉਹ ਤਾਂ ਫੇਰ 100 ਤੋਂ ਪਲੱਸ ਕਰ ਗਈ ਹੈ। ਗੁੱਸੇ ਜੀ, ਇੱਕ ਸਵਾਲ ਹੈ, ਸੌਰੀ ਮੈਂ ਵਿੱਚੋਂ ਟੋਕਣ ਲੱਗਾ। ਦੇਖੋ, ਇਸ ਕਰਕੇ ਵੀ ਸ਼ਾਇਦ ਉਹ ਗੱਲ ਕਰ ਰਹੇ ਹੈ, ਇੱਕ ਤਾਂ ਘਮੰਡ ਦੀ ਗੱਲ ਦਾ ਜਿਹੜਾ ਕਟਾਕਸ਼ ਹੈ ਉਹਨਾਂ ਨੇ ਭਾਜਪਾ ਦੇ ਉੱਪਰ ਵੀ ਕੀਤਾ। ਦੂਜੀ ਗੱਲ, ਜਿਹੜਾ ਲਗਾਤਾਰ 3 ਵਾਰ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਵਾਲੀ ਭਾਜਪਾ ਯਾਨੀ 15 ਸਾਲਾਂ ਬਾਅਦ ਹਾਰ ਰਹੀ ਹੈ, ਤਾਂ ਸੁਭਾਵਿਕ ਹੈ ਸੰਜੇ ਸਿੰਘ ਨੇ ਕਮੈਂਟ ਜਿਹਾ ਕਰਨਾ ਹੀ ਸੀ। ਨਹੀਂ ਸਿੱਧੂ ਸਾਹਿਬ, ਗੱਲ ਕਮੈਂਟ ਕਰਨ ਦਾ ਵੀ ਇੱਕ ਲਹਿਜਾ ਹੁੰਦਾ, ਉਹਨਾਂ ਦੇ ਲਹਿਜਾ 'ਚ ਘਮੰਡ ਝਲਕ ਰਿਹਾ, ਉਹ ਦੇਖ ਰਿਹਾ ਸੀ, ਤੁਸੀਂ ਵੀ ਦੇਖ ਰਹੇ ਹੋ, ਮੈਂ ਵੀ ਦੇਖ ਰਿਹਾ ਜੀ। ਹਾਰ ਜਿੱਤਾਂ ਵੱਡੀਆਂ ਨਹੀਂ ਹੁੰਦੀਆਂ, ਹਾਰ ਜਿੱਤਾਂ ਹੁੰਦੀਆਂ, ਪਰ ਉਹਨਾਂ ਦੀ ਤਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਪਰਸੈਂਟੇਜ ਤਾਂ ਘਟ ਗਈ। ਪਰਸੈਂਟੇਜ ਥੋੜਾ ਉਹਨਾਂ ਦੀ ਵੱਧ ਰਹੀ ਹੈ, ਉਹਨਾਂ ਦੀ ਪਰਸੈਂਟੇਜ, ਉਹਨਾਂ ਨੂੰ ਉਹ ਚਿੰਤਾ ਕਰਨੀ ਚਾਹੀਦੀ ਵੀ ਪਰਸੈਂਟੇਜ ਘਟਦੀ ਕਿਉਂ ਪਈ ਆ। ਦੂਜੀ ਗੱਲ ਮੈਂ ਕਹਿੰਦਾ, ਮੈਂ ਭਾਰਤੀ ਜਨਤਾ ਪਾਰਟੀ ਦੀਆਂ ਇੰਨੀਆਂ ਸੀਟਾਂ ਆਣੀਆਂ, ਉਹ ਤਾਂ ਕਹਿੰਦੇ ਸੀ ਆਣ ਨਹੀਂ ਦੇਣੀਆਂ, ਇਹਨਾਂ ਨੇ ਕਰਪਸ਼ਨ ਬੜਾ ਕੀਤਾ, ਫਲਾਣਾ ਬੜੇ ਝੂਠ ਬੋਲੇ। ਉਹ ਝੂਠ ਦੇ ਉੱਤੇ ਲੋਕਾਂ ਨੇ ਵਿਸ਼ਵਾਸ ਕਿਉਂ ਨਹੀਂ ਕੀਤਾ ਵੀ ਜੇ ਇੰਨੇ % ਵੋਟ ਪੈ ਗਈ ਹੈ, ਇੰਨੀਆਂ ਸੀਟਾਂ ਆ ਗਈਆਂ, ਬਰਾਬਰ ਖੜੇ ਆ। ਠੀਕ ਹੈ, ਸੀਟਾਂ ਉੱਪਰ ਥੱਲੇ ਹੋ ਜਾਂਦੀਆਂ ਹੁੰਦੀਆਂ। ਭਾਰਤੀ ਜਨਤਾ ਪਾਰਟੀ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਤੇ ਵਰਕ ਕਰੂਗੀ ਵੀ ਕਿੱਥੇ ਅਸੀਂ ਹਾਰੇ। 40 ਸੀਟਾਂ ਤੋਂ ਵੱਧ ਇਹੋ ਜਿਹੀਆਂ ਸੀਟਾਂ ਹੈ ਸਿੱਧੂ ਸਾਹਿਬ ਜਿੱਥੇ ਬੜੇ 200-400 ਦੇ ਮਾਰਜਨ ਦੇ ਵਿੱਚ ਆ ਰਹੇ ਆ, ਤੇ ਅਸੀਂ ਉੱਥੇ ਐਨਾਲਿਸਿਸ ਕਰਾਂਗੇ
ਅਸੀਂ ਤਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੋਟਰ ਅੱਜ ਖੜਾ ਹੋਇਆ ਆਪਣੀ ਜਗ੍ਹਾ ਤੇ ਕਾਂਗਰਸ, ਤੁਸੀਂ ਇੱਕ ਗੱਲ ਹੋਰ ਸਮਝੋ ਸਿੱਧੂ ਜੀ, 31 ਸੀਟਾਂ ਪਿਛਲੀ ਵਾਰੀ ਕਾਂਗਰਸ ਨੂੰ ਆਈਆਂ, ਅੱਜ ਉਹਨਾਂ ਨੂੰ 9 ਆ ਰਹੀਆਂ। ਉਹ ਸਾਰੀ ਜਿਹੜੀ ਕਾਂਗਰਸ ਨੂੰ ਪਤਾ ਵੀ ਅਸੀਂ ਜਿੱਤ ਨਹੀਂ ਪਾ ਰਹੇ, ਪਰ ਵੋਟ ਸ਼ਿਫਟ ਕਰ ਰਹੇ ਆ ਆਮ ਆਦਮੀ ਪਾਰਟੀ ਨੂੰ, ਕਿਉਂਕਿ ਪਹਿਲਾਂ ਵੀ ਇਹ ਇਕੱਠੇ ਰਹਿ ਕੇ ਸਰਕਾਰ ਬਣਾਈ ਹੋਈ ਦਿੱਲੀ 'ਚ। ਇਹ ਭਾਰਤੀ ਜਨਤਾ ਪਾਰਟੀ ਡਰ ਕੇ ਕੰਮ ਕਰਦੇ ਪਏ ਆ, ਰਲ ਮਿਲ ਕੇ ਗੇਮ ਖੇਡ ਰਿਹਾ, ਪਰ ਜਨਤਾ ਨੂੰ ਜ਼ਿਆਦਾ ਦੇਰ ਇਹ ਗੁੱਸੇ ਜੀ ਇਹ ਵੱਖਰਾ ਦੇਖੋ ਵੱਖਰਾ ਸਵਾਲ ਹੈ। ਕਾਂਗਰਸ ਨੇ ਵੋਟਾਂ ਕਿਸ ਨੂੰ ਪਾਈਆਂ ਕਿਸ ਨੂੰ ਨਹੀਂ ਪਾਈਆਂ। ਜੇ ਆਪਾਂ ਇਹਦੀ ਗੱਲ ਕਰੀਏ, ਆਪਾਂ ਪੰਜਾਬੀ ਹਾਂ ਤਾਂ ਪੰਜਾਬ ਦੇ ਵਿੱਚ ਕਈ ਕਾਂਗਰਸੀ ਆਗੂ ਜਿਹੜੇ ਗਏ ਇਸ ਵੇਲੇ ਭਾਜਪਾ ਦੀ ਕਾਰਜਕਾਰਨੀ 'ਚ ਬੈਠੇ, ਉੱਚੇ ਅਹੁਦਿਆਂ ਤੇ ਬੈਠੇ ਹੈ, ਮੁੱਖ ਮੰਤਰੀ ਰਹੇ ਹੈ, ਕਾਂਗਰਸ ਦੇ ਪ੍ਰਧਾਨ ਰਹੇ ਹੈ। ਵੱਖਰਾ ਮੁੱਦਾ, ਇਸ ਮੁੱਦੇ ਤੇ ਮੈਂ ਫੇਰ ਆਵਾਂਗਾ। ਪਾਰਟੀਆਂ ਕਿਸ ਕਦਰ ਕਾਂਗਰਸ ਦੇ ਬੰਦੇ ਦਿਸ਼ਾ ਬਦਲਦੀਆਂ ਆਪ 'ਚ ਵੀ ਹੈਗੇ, ਆਪ 'ਚ ਵੀ ਹੈਗੇ, ਬਿਲਕੁਲ ਆਪ 'ਚ ਵੀ ਹੈਗਾ, ਬਿਲਕੁਲ ਸਹੀ। ਇਸ ਮੁੱਦੇ ਤੇ ਦੁਬਾਰਾ ਆਉਣਾ, ਆਪਾਂ ਬਾਕੀ ਵੀ ਮਹਿਮਾਨਾਂ ਦੇ ਕਮੈਂਟ ਲੈ ਲਈਏ, ਫਿਰ ਆਉਣਾ ਤੁਹਾਡੇ ਵੱਲ। ਮਿੱਤਲ ਜੀ, ਜਿਸ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਹਾਂ, ਦੇਖੋ ਗੋਸਾ ਜੀ ਭਾਜਪਾ ਦੇ ਬੁਲਾਰੇ ਆ, ਉਹਨਾਂ ਦਾ ਕਹਿਣਾ ਕਿ ਤੁਹਾਡੀ ਵੋਟ ਪਰਸੈਂਟੇਜ ਵੀ ਘਟੀ ਹੈ। ਕਮੰਡ ਦੇ ਵਿੱਚ ਇਹੋ ਜਿਹੀਆਂ ਗੱਲਾਂ ਤੁਸੀਂ ਕਰਦੇ ਹੋ, ਕੋਈ ਵੱਡੀ ਗੱਲ ਨਹੀਂ, ਲੋਕਾਂ ਨੇ ਤੁਹਾਨੂੰ ਪਿਛਲੇ ਦੇ ਮੁਕਾਬਲੇ 'ਚ ਨਕਾਰਿਆ ਹੀ ਹੈ। देखो गल जी गल सर पता एक दिल बहलाने के लिए गालिब ये ख्याल अच्छा है, ठीक है। तो अज सब तो पहला तो जो दिल्ली दे विच जित हुई है शानदार जित दे लई दिल्ली वासियों नूं, सारे जिहड़े जिन्ने आम आदमी पार्टी के वर्कर ने सब नूं इस शानदार जित दे लई बहुत बहुत मुबारक। हुण जिहड़ी दिल्ली देखो, दिल्ली MCD दे विच 15 साल दा प्रशासन सी बीजेपी दा, इन्हां ने 15 साल दे विच दिल्ली दे विच कोई काम नहीं कीता, कूड़े दे बड़े बड़े ढेर दिल्ली दे विच बनाए। उस दा नतीजा कि अज इन्हां नूं मूंह दी खानी पई आ। इन्हां ने 15 उत्थे कैबिनेट मिनिस्टर जिहड़े उतारे सेंटर दे वजीर, 9 उत्थे मुख्य मंत्री इन्हां ने उतारे स्टेटां दे वक्खो वक्खरियां स्टेटां दे। यूपी दे मुख्य मंत्री उत्थे शिवराज चौहान उत्थे, ठीक है जी, मध्य प्रदेश के मुख्यमंत्री उत्थे, हरियाणा के मुख्यमंत्री उत्थे, सारे इन्होंने उत्थे कंपेन की है। अमित शाह जी और नरेंद्र मोदी के नाम के उत्ते इन्होंने फेस बना के इलैक्शन लड़िया, ते फिर भी अगर इन्हों की इन्नी बुरी हालत हो रही है उत्थे 15 साल के विच इन्होंने इन्ना खानी पई मूँह दी, ते दिल्ली की जनता ने आम आदमी पार्टी को चुनिया और अरविंद केजरीवाल जी के कम्मां की राजनीति को चुनिया और उन्होंने अरविंद केजरीवाल जी से भरोसा प्रगट किया। तो फिर उत्थे संजय सिंह जी भी लोगों को बधाई देंगे, उत्थे मान साहब भी बधाई देंगे, उत्थे मनीष सिसोदिया जी भी बधाई देंगे, अरविंद केजरीवाल जी भी बधाई देंगे। तो फिर उन्होंने चाहे घमंड कही जान चाहे कुछ कही जान, इन्हों के मन की काढ़ हो सकती है। पर साडा मकसद जिहड़ा हैगा वो ये है कि असीं राजनीति करन नहीं आए, असीं लोगों के काम करना आए। MCD के स्कूलों की बुरी हालत क्यों आ, ये वो गल दस देन। MCD के भ्रिष्टाचार क्यों आ, ये उहदे ते जवाब दे देन। MCD के कूड़े के बड़े बड़े ढेर किवें बन गए, उहदे ते जवाब दे देन। गंदगी किवें फैली आ, उहदे ते जवाब दे देन। MCD के जिहड़े हॉस्पिटल ने वो क्यों नहीं ठीक होए, उहदे ते जवाब दे देन। दिल्ली की जनता ने इन्हां तों जवाब मंगिया सी और इन्होंने कोई जवाब नहीं दिता, पर दिल्ली की जनता ने वोट के जरिए इन्होंने जवाब दिता। जी मित्तल जी, आप फिर आने ਤੁਹਾਡੇ ਵੱਲ, ਤੁਸੀਂ बने रहो ਸਾਡੇ ਨਾਲ ਕਾਂਗਰਸ ਦੇ ਬੁਲਾਰੇ ਵੀ ਹੈ ਕਮਰ ਹਾਫਿਜ਼ ਜੀ। ਕਮਰ ਹਾਫਿਜ਼ ਜੀ, ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ। ਦੇਖੋ ਕਾਂਗਰਸ ਦੇ ਜਿਹੜੇ ਨਤੀਜੇ ਆਏ ਆ, ਹਾਸ਼ੀਏ ਤੇ ਤਾਂ ਗਈ ਹੈ, ਪਰ ਭਾਜਪਾ ਦਾ ਕਹਿਣਾ ਕਿ ਤੁਹਾਡੀ ਵੋਟ ਜਿਹੜੀ ਹੈਗੀ ਆਪ ਵੱਲ ਚਲੀ ਗਈ, ਇਸ ਕਰਕੇ ਆਪ ਨੂੰ ਇੰਨਾ ਕੁ ਹੁਲਾਰਾ ਮਿਲਿਆ। ਨਹੀਂ ਦੇਖੋ ਸਿੱਧੂ ਸਾਹਿਬ, ਇਸ ਤਰ੍ਹਾਂ ਹੈ, ਇਹਨੂੰ ਕਹਿੰਦੇ ਆ ਅਟੈਕ ਇਜ਼ ਦਾ ਬੈਸਟ ਡਿਫੈਂਸ। ਅਸਲ ਦੇ ਵਿੱਚ ਜੇ ਆਪਾਂ ਗੱਲ ਕਰੀਏ, ਜਿਹੜੀਆਂ ਬਰਾਬਰ ਇਲੈਕਸ਼ਨਾਂ ਹੋਈਆਂ ਨੇ ਗੁਜਰਾਤ ਦੀ ਤੇ ਦਿੱਲੀ ਨਗਰ ਨਿਗਮ ਦੀਆਂ ਇਲੈਕਸ਼ਨਾਂ ਜਿਹੜੀਆਂ ਜੀ, ਇਹਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਿਸ ਤਰੀਕੇ ਨਾਲ ਨਾ ਆਮ ਆਦਮੀ ਪਾਰਟੀ BJP ਦੀ B ਟੀਮ ਬਣ ਕੇ ਕੰਮ ਕਰ ਰਹੀ ਹੈ, ਔਰ ਬਿਲਕੁਲ ਗੁਜਰਾਤ ਦੇ ਵਿੱਚ ਕਾਂਗਰਸ ਨੂੰ ਡੈਮੇਜ ਕਰਨ ਲਈ ਜੋ BJP ਨੇ ਆਮ ਆਦਮੀ ਪਾਰਟੀ ਦਾ ਖੁੱਲ੍ਹ ਕੇ ਸਹਾਰਾ ਲਿਆ, ਦੁਨੀਆ ਦੇਖ ਰਹੀ ਹੈ, ਲੋਕਾਂ ਨੂੰ ਪਤਾ ਹੀ ਹੈ। ਤੇ ਇਸ ਦੇ ਬਦਲੇ ਦੇ ਵਿੱਚ ਜੋ ਸਾਫ਼ ਨਜ਼ਰ ਆ ਰਿਹਾ ਕਿ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਜਿਨ੍ਹਾਂ ਦਾ ਅੱਜ ਨਤੀਜਾ ਆਇਆ, ਇਹਦੇ ਵਿੱਚ ਇਹਨਾਂ ਦੀ ਕੋਈ BJP ਦੇ ਨਾਲ ਕੋਈ ਅੰਡਰਸਟੈਂਡਿੰਗ ਹੈ। ਸਾਫ਼ ਪਤਾ ਲੱਗਦਾ BJP ਨੇ ਤੇ ਆਮ ਆਦਮੀ ਪਾਰਟੀ ਨੇ ਆਪਸ ਦੇ ਵਿੱਚ ਅੰਡਰਸਟੈਂਡਿੰਗ ਕਰਕੇ ਗੁਜਰਾਤ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਲਈ ਹੈ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ। ਕਾਂਗਰਸ ਲੜਦੀ ਹੈ ਆਪਣੇ ਦਮ ਤੇ। ਕਾਂਗਰਸ ਇਹੋ ਜਿਹੀ ਹੋਛੀ ਤੇ ਛੋਟੀ ਰਾਜਨੀਤੀ ਨਹੀਂ ਕਰਦੀ। ਕਿਉਂਕਿ ਮੈਂ ਇੱਕ ਗੱਲ ਦਾ ਸਵਾਲ ਇੱਥੇ ਇਸ ਡਿਬੇਟ 'ਚ ਮਿੱਤਲ ਸਾਹਿਬ ਨੂੰ ਪੁੱਛ ਲੈਣਾ ਕਿ ਆਮ ਆਦਮੀ ਪਾਰਟੀ ਨੂੰ ਜੇਕਰ ਦਿੱਲੀ ਦੇ ਵਿੱਚ ਆਪਾਂ ਕਹਿੰਦੇ ਹਾਂ ਬਹੁਮਤ ਮਿਲ ਗਿਆ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ, ਤਾਂ ਇੱਕ ਕੋਈ ਇਹੋ ਜਿਹਾ ਕੰਮ ਤਾਂ ਦੱਸਣ ਨਾ। 8-9 ਸਾਲ ਹੋ ਗਏ ਇਹਨਾਂ ਨੂੰ ਉੱਥੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੂੰ, ਕਿਹੜੇ ਕੰਮ ਇਹਨਾਂ ਨੇ ਇਹੋ ਜਿਹੇ ਕੀਤੇ ਆ। ਜਦਕਿ ਸ਼ੀਲਾ ਦੀਕਸ਼ਿਤ ਜੀ ਦੀ ਜਦੋਂ 15 ਸਾਲ ਸਰਕਾਰ ਰਹੀ ਹੈ, ਉਦੋਂ ਆਪਾਂ ਦੇਖਿਆ ਦਿੱਲੀ ਦਾ ਨਕਸ਼ਾ ਕਿਸ ਤਰੀਕੇ ਨਾਲ ਬਦਲਿਆ। ਜਿਸ ਤਰ੍ਹਾਂ ਸੜਕਾਂ ਬਣੀਆਂ, ਹਾਈਵੇਜ਼ ਬਣੇ, ਫਲਾਈਓਵਰ ਬਣੇ, ਜੋ ਇਨਫਰਾਸਟ੍ਰਕਚਰ ਉਦੋਂ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਦਿੱਲੀ ਦਾ ਇੰਨਾ ਵੱਡਾ ਇਨਫਰਾਸਟ੍ਰਕਚਰ ਬਣਿਆ, ਇਹਨਾਂ ਨੇ ਤਾਂ ਸਿਰ 'ਚੋਂ ਪੂਣੀ ਨਹੀਂ ਕੱਤੀ।
ਤੇ ਜਿਹੜੇ ਇਹ ਗੱਲਾਂ ਕਰਦੇ ਆ ਵੀ ਅਸੀਂ ਬਿਜਲੀ ਤੇ ਪਾਣੀ ਇਹ ਛੋਟੀਆਂ ਮੋਟੀਆਂ ਸਹੂਲਤਾਂ ਨਹੀਂ ਹੈ, ਅਸਲ ਦੇ ਵਿੱਚ ਦਿੱਲੀ ਹੈਗੀ ਹੈ ਬਜਟ ਸਰਪਲਸ। ਦੇਖੋ ਇਹ ਗੱਲ ਪੱਕੀ ਗੱਲ ਹੈ, ਦਿੱਲੀ ਰੈਵਨਿਊ ਸਰਪਲਸ ਸਟੇਟ ਹੈ ਤੇ ਬਜਟ ਦਿੱਲੀ ਕੋਲ ਬਹੁਤ ਵੱਡਾ ਹੁੰਦਾ। ਸ਼ੀਲਾ ਦੀਕਸ਼ਿਤ ਜੀ ਨੇ ਉਸ ਬਜਟ ਦਾ ਇਸਤੇਮਾਲ ਕਰਕੇ ਦਿੱਲੀ ਦਾ ਇਨਫਰਾਸਟ੍ਰਕਚਰ ਸੁਧਾਰਿਆ, ਦਿੱਲੀ ਨੂੰ ਰਹਿਣ ਯੋਗ ਕੀਤਾ। ਇਹਨਾਂ ਨੇ ਤਾਂ ਆ ਕੇ ਉਸ ਬਜਟ ਦਾ ਜਿਹੜਾ ਮਿਸਯੂਜ਼ ਹੀ ਕੀਤਾ ਸਾਰੇ ਮੁਲਕ ਦੇ ਵਿੱਚ। ਹਰਪ੍ਰੀਤ ਜੀ, ਇੱਕ ਸਵਾਲ ਦੇਖੋ ਮੈਂ ਜ਼ਰੂਰ ਲੈਣਾ ਚਾਹਾਂਗਾ। ਤੁਸੀਂ ਕਹਿੰਦੇ ਆ ਕਿ ਜਿੱਦਾਂ ਆਪਾਂ ਗੱਲ ਕਰ ਦਿਆਂਗੇ ਪਿਛਲੇ ਦੌਰ ਦੇ ਵਿੱਚ ਬਹੁਤ ਕੁਝ ਕੀਤਾ ਗਿਆ, ਸ਼ੀਲਾ ਦੀਕਸ਼ਿਤ ਦੀ ਤੁਸੀਂ ਗੱਲ ਕਰ ਰਹੇ ਹੋ, ਤੁਹਾਡਾ ਆਪਣਾ ਦਾਅਵਾ ਨਜ਼ਰੀਆ ਸਹੀ ਵੀ ਹੋ ਸਕਦਾ ਹੈ, ਪਰ ਜੋ ਹੁਣ ਨਤੀਜੇ ਸਾਹਮਣੇ ਆਏ ਹੈ ਪਹਿਲੇ ਨਾਲੋਂ ਹੁਣ ਵੋਟਾਂ ਜਿਹੜੀਆਂ ਉਹ ਵੀ ਘਟੀਆਂ, ਸੀਟਾਂ ਵੀ ਘਟੀਆਂ। ਇਸ ਕਰਕੇ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਲਗਾਤਾਰ ਹਾਸ਼ੀਏ ਵੱਲ ਨੂੰ ਵੱਧ ਰਹੀ ਹੈ। ਜੇ ਕਾਂਗਰਸ ਨੇ ਚੰਗੇ ਕੰਮ ਕੀਤੇ ਸੀ ਤਾਂ ਫਿਰ ਦਿੱਲੀ 'ਚ ਉਹਨੂੰ ਹੁਲਾਰਾ ਮਿਲਣਾ ਚਾਹੀਦਾ ਸੀ। ਦੇਖੋ ਮੈਂ ਉਹੀ ਤਾਂ ਦੱਸ ਰਿਹਾ ਜੀ, ਜਦੋਂ ਆਪੋਜੀਸ਼ਨ ਪਾਰਟੀਆਂ ਆਪਸ ਦੇ ਵਿੱਚ ਰਲ ਕੇ ਗੇਮ ਖੇਡਣਾ ਸ਼ੁਰੂ ਕਰ ਦੇਣ ਤਾਂ ਇਹੋ ਜਿਹਾ ਕੁਝ ਹੁੰਦਾ ਹੈ, ਲੇਕਿਨ ਲੋਕ ਜ਼ਿਆਦਾ ਲੰਬਾ ਸਮਾਂ ਗੁੰਮਰਾਹ ਨਹੀਂ ਹੋਣਗੇ। ਇਹ ਜੋ ਨਤੀਜੇ ਆਏ ਨੇ ਨਾ, ਇਹ ਸਾਫ਼ ਪਤਾ ਲੱਗ ਰਿਹਾ ਹੈ, ਝਲਕ ਮਿਲਦੀ ਹੈ ਕਿ ਕਾਂਗਰਸ ਪਾਰਟੀ ਨੂੰ ਡੈਮੇਜ ਕਰਨ ਲਈ ਦਿੱਲੀ ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਉਭਾਰਿਆ ਔਰ ਉਹਦੇ ਬਦਲੇ ਵਜੋਂ ਆਮ ਆਦਮੀ ਪਾਰਟੀ ਨੇ ਗੁਜਰਾਤ ਦੇ ਵਿੱਚ ਇਹਨਾਂ ਨੂੰ ਫਾਇਦਾ ਪਹੁੰਚਾਇਆ। ਜਿਹੜੀ ਐਂਟੀ ਇਨਕੰਬੈਂਸੀ ਹੁੰਦੀ ਹੈ, ਜਿਹੜੀ ਗੁਜਰਾਤ ਦੀ ਸਰਕਾਰ ਦੇ ਉਲਟ ਲੋਕਾਂ ਨੇ ਭੁਗਤਣਾ ਸੀ, ਉਹ ਵੋਟ ਡਿਵਾਈਡ ਕੀਤੀ ਆਮ ਆਦਮੀ ਪਾਰਟੀ। ਹਰਪ੍ਰੀਤ ਜੀ, ਤੁਹਾਡਾ ਵੀ ਪੁਆਇੰਟ ਆ ਗਿਆ। ਪ੍ਰੀਤਮਪਾਲ ਵੀ ਜਰਨਲਿਸਟ, ਤੁਸੀਂ ਕਿਵੇਂ ਦੇਖਦੇ ਹੋ ਜੋ ਮਿਊਨਿਸਪਲ ਆਪਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਦਿੱਲੀ ਦੇ ਸਾਹਮਣੇ ਆਏ ਆ? ਹੋਰ ਇੱਕ ਦਿਨ ਬਾਅਦ ਕੌਮੀ ਪੱਧਰ ਦੀਆਂ ਆਪਾਂ ਗੱਲ ਕਰਦੇ ਹਾਂ, ਗੁਜਰਾਤ ਦੀ ਆਪਾਂ ਗੱਲ ਕਰਦੇ ਹਾਂ, ਹਿਮਾਚਲ ਦੀ, ਉਹਨਾਂ ਦੇ ਨਤੀਜਿਆਂ 'ਤੇ ਵੀ ਗੱਲ ਕਰਾਂਗੇ। ਪਰ ਅੱਜ ਇਹਨਾਂ ਮੁੱਦਿਆਂ 'ਤੇ ਇੱਕ ਵੱਡੀ ਚਰਚਾ ਹੈ ਕਿ ਆਪ ਨੇ ਉੱਥੇ ਜਿੱਤ ਹਾਸਲ ਕੀਤੀ ਹੈ ਜਿੱਥੇ ਲਗਾਤਾਰ 15 ਸਾਲ ਪਹਿਲਾਂ ਭਾਜਪਾ ਕਾਬਜ਼ ਰਹੀ ਹੈ। ਸਿੱਧੂ ਸਾਹਿਬ, ਅਸਲ ਦੇ ਵਿੱਚ ਜਦੋਂ ਅਸੀਂ ਇੱਕ ਕਿਸੇ ਪੋਲੀਟੀਕਲ ਪਲੇਟਫਾਰਮ ਤੋਂ ਬੋਲਦੇ ਹਾਂ ਨਾ, ਜਾਂ ਇੱਕ ਸਿਆਸੀ ਪਾਰਟੀ ਦੇ ਵੱਲੋਂ ਬੋਲਦੇ ਹਾਂ, ਨਜ਼ਰੀਏ ਤੋਂ ਗੱਲ ਕਰਦੇ ਹਾਂ, ਤਾਂ ਫਿਰ ਸਾਨੂੰ ਜਿਹੜੀ ਗੱਲ ਸੂਟ ਕਰਦੀ ਹੈ, ਜਿਹੜੀ ਗੱਲ ਸਾਨੂੰ ਸੂਤ ਬੈਠਦੀ ਹੈ, ਆਪਾਂ ਉਵੇਂ ਕਰਦੇ ਹਾਂ। ਜਿਵੇਂ ਗੋਸ਼ਾ ਜੀ ਨੇ ਜਿਹੜੀ ਗੱਲ ਕੀਤੀ, ਉਹਨਾਂ ਨੇ ਵੋਟ ਪਰਸੈਂਟੇਜ ਇੰਨੀ ਘਟੀ ਹੈ, ਇੰਨੀ ਵਧੀ ਹੈ। ਮੇਰਾ ਖਿਆਲ ਹੈ ਕੋਈ ਬਹੁਤਾ ਮੁੱਦਾ ਨਹੀਂ ਹੁੰਦਾ, ਨਾ ਹੀ ਕਦੇ ਬਣਦਾ ਹੁੰਦਾ। ਜਿਹੜੀ ਪਾਰਟੀ ਹਾਰਦੀ ਹੈ ਉਹ ਹਮੇਸ਼ਾ ਹੀ ਇਹ ਕਹਿੰਦੀ ਹੁੰਦੀ ਹੈ ਕਿ ਵੋਟ ਪਰਸੈਂਟੇਜ ਇੰਨੀ ਘਟੀ ਹੈ। ਦਿੱਲੀ ਦੇ ਵਿੱਚ ਪਹਿਲਾਂ ਵੀ ਕਦੇ ਬਹੁਤੀਆਂ ਇੰਨੀ ਵੱਡੀ ਥੰਪਿੰਗ ਮੈਜੋਰਟੀ ਦੇ ਨਾਲ ਵੋਟਾਂ ਜਿਹੜੀਆਂ ਲੋਕਾਂ ਨੇ, ਵੋਟਰਾਂ ਨੇ ਨਹੀਂ ਪਾਈਆਂ। ਇੱਥੇ ਜੇ ਨੇੜੇ ਤੇੜੀ ਜਿਹੜਾ ਇਹਨਾਂ ਦਾ ਟਰਨ ਅਪ ਰਿਹਾ ਪਹਿਲਾਂ ਵੀ। ਅਤੇ ਦੂਸਰੀ ਗੱਲ ਇਹ ਹੈ ਕਿ ਦੇਖੋ, ਇਹ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਉਹਦੇ ਨਾਲ ਰਲੇ ਹੋਇਆ ਜਦੋਂ ਤਿੰਨ ਧਿਰਾਂ ਦੇ ਵਿੱਚ ਕਿਤੇ ਵੀ ਮੁਕਾਬਲਾ ਹੁੰਦਾ। ਤੁਸੀਂ ਦੁਨੀਆ ਦੀਆਂ ਕੰਟਰੀ ਦੇਖ ਲਓ, ਜਿੱਥੇ ਵੀ ਤਿੰਨ ਪਾਰਟੀਆਂ ਚੋਣ ਲੜਦੀਆਂ ਨੇ ਅਤੇ ਉੱਥੇ ਫਿਰ ਇਸ ਤਰ੍ਹਾਂ ਹੁੰਦਾ, ਕਈ ਵਾਰੀ ਮਿਲ ਕੇ ਬਣਾ ਲੈਂਦੀਆਂ, ਇੱਥੇ ਵੀ ਬਣਦੀਆਂ ਰਹੀਆਂ ਮਿਲ ਕੇ। ਹੁਣ ਜੇ ਮੈਂ ਪੰਜਾਬ ਦੀ ਇਹਦੇ 'ਚ ਉਦਾਹਰਨ ਦੇਵਾਂ, ਪਿੱਛੇ ਜੋ ਕੁਝ ਪੰਜਾਬ ਸਰਕਾਰ ਨੇ ਕੀਤਾ, ਅਤੇ ਉੱਥੇ ਬੀਜੇਪੀ ਅਤੇ ਅਕਾਲੀ ਅਤੇ ਕਾਂਗਰਸੀ ਕਿਉਂ ਇਕੱਠੇ ਹੋ ਜਾਂਦੇ ਆ, ਗਵਰਨਰ ਕੋਲੇ ਕਿਉਂ ਤੁਰ ਪੈਂਦੇ ਆ ਸਾਰੇ। ਅਤੇ ਜੇ ਅਸੀਂ ਫਿਰ ਕਿਹਦੀ ਬੀ ਟੀਮ ਹੈ, ਜਿੱਦਾਂ ਉਹਨਾਂ ਨੇ ਕੀਤੀ ਨਾ ਕਿ ਬੀ ਟੀਮ ਹੈ ਜੀ, ਇਹ ਟੀਮ ਹੈ, ਇਹ ਨਹੀਂ ਗੱਲ ਹੈ। ਗੱਲ ਇਹ ਹੈ ਕਿ ਉਹਨਾਂ ਨੂੰ ਸੂਤ ਕਿਵੇਂ ਬੈਠਦਾ ਹੈ ਆਪਣੀ ਪਾਰਟੀ ਦੇ ਜਿਹੜਾ ਹੈਗਾ ਦ੍ਰਿਸ਼ਟੀਕੋਣ ਤੋਂ, ਜਾਂ ਉਸ ਐਂਗਲ ਤੋਂ ਜਿਹੜਾ ਗੱਲ ਕਰਨ ਦਾ, ਉਸ ਨਜ਼ਰੀਏ ਤੋਂ ਗੱਲ ਕਰਨ ਦਾ। ਅਗਲੀ ਇੱਕ ਜਿਹੜੀ ਗੱਲ ਹੈ, ਇੱਕ ਗੱਲ ਸਾਫ਼, ਇਹ ਗੱਲ ਬੀਜੇਪੀ ਨੂੰ ਵੀ ਸਮਝ ਲੈਣੀ ਚਾਹੀਦੀ ਹੈ, ਕਾਂਗਰਸ ਨੂੰ ਵੀ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਤੀਜੀ ਧਿਰ ਕਿਤੇ ਸ਼ਾਮਲ ਹੁੰਦੀ ਹੈ, ਹੁਣ ਤੱਕ ਜਿਹੜੀਆਂ ਤੀਜੀਆਂ ਧਿਰਾਂ ਨੇ ਉਹ ਜਾਂ ਤਾਂ ਰੀਜਨਲ ਫੋਰਸ ਦੇ ਤੌਰ 'ਤੇ ਆਉਂਦੀਆਂ ਰਹੀਆਂ ਨੇ, ਜਾਂ ਰੀਜਨਲ ਫੋਰਸ ਇਕੱਠੀਆਂ ਹੋ ਕੇ ਇੱਕ ਤੀਜੀ ਧਿਰ ਬਣਦੀ ਰਹੀ ਹੈ। ਭਾਵੇਂ ਉਹ ਤੀਜਾ ਫਰੰਟ ਪਾਰਲੀਮੈਂਟ ਦੇ ਵਿੱਚ ਕਦੇ ਬਣਿਆ ਹੋਵੇ, ਭਾਵੇਂ ਸੂਬਿਆਂ ਦੇ ਵਿੱਚ ਇਹ ਗੱਲ ਬਣੀ ਹੋਵੇ। ਸੋ ਆਮ ਆਦਮੀ ਪਾਰਟੀ ਦੀ ਐਂਟਰੀ ਤੋਂ ਬਾਅਦ ਜਿਹੜਾ ਇੱਕ ਨਵਾਂ ਟ੍ਰੈਂਡ ਜਿਹੜਾ ਸ਼ੁਰੂ ਹੋਇਆ, ਕਿਉਂਕਿ ਪਹਿਲੀ ਵਾਰੀ ਜਿੱਦਾਂ ਗੋਸ਼ਾ ਜੀ ਨੇ ਵੀ ਗੱਲ ਕੀਤੀ ਕਿ ਜਦੋਂ ਪਹਿਲੀ ਵਾਰੀ ਦਿੱਲੀ ਵਿਧਾਨ ਸਭਾ ਦੀ ਚੋਣ ਹੋਈ ਅਤੇ ਉਦੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਥੇ ਰਲ ਕੇ ਸਰਕਾਰ ਬਣਾਈ। ਸ਼ਾਇਦ ਇਹ ਆਮ ਆਦਮੀ ਪਾਰਟੀ ਨੂੰ ਇਹ ਗੱਲ ਸਮਝ ਆ ਗਈ, ਜਾਂ ਕਾਂਗਰਸ ਨੂੰ ਵੀ ਇਹ ਗੱਲ ਸਮਝ ਆ ਗਈ ਕਿ ਸਾਡਾ ਜਿਹੜਾ ਹੈ ਕਰੂਰਾ ਆਪਸ ਦੇ ਵਿੱਚ ਵੇਵ ਲੈਂਥ ਮਿਲਦੀ ਨਹੀਂ, ਆਪਾਂ ਇਹ ਚੱਲ ਨਹੀਂ ਸਕਦੇ ਇੱਕ ਦੂਜੇ ਨਾਲ। ਉਦੋਂ ਬਾਅਦ ਆਮ ਆਦਮੀ ਪਾਰਟੀ ਨੇ ਇਕੱਲਿਆਂ ਚੋਣ ਲੜੀ, ਪੰਜਾਬ ਦੇ ਵਿੱਚ ਵੀ ਲੜੀ। ਸੋ ਕੱਲ੍ਹ ਨੂੰ ਜਿਹੜੇ ਹੈਗੇ ਹਿਮਾਚਲ ਅਤੇ ਜੋ ਗੁਜਰਾਤ ਦੇ ਜੋ ਵਿਧਾਨ ਸਭਾ ਦੇ ਨਤੀਜੇ ਸਾਡੇ ਸਾਹਮਣੇ ਆਉਣੇ, ਜਿਹਦੇ ਟਰੈਂਡ ਜਿਹੜੇ ਜਿਹਨੂੰ ਆਪਾਂ ਐਗਜ਼ਿਟ ਪੋਲ ਕਹਿੰਦੇ ਹਾਂ, ਲਗਭਗ ਨੇੜੇ ਤੇੜੇ ਹੀ ਰਹੇ ਪਿਛਲੇ ਸਮੇਂ ਦੇ ਦੌਰਾਨ ਐਗਜ਼ਿਟ ਪੋਲ। ਅਤੇ ਉੱਥੋਂ ਸਾਨੂੰ ਪਤਾ ਲੱਗਦਾ ਕਿ ਵੋਟਰਾਂ ਦਾ ਜਿਹੜਾ ਟਰੈਂਡ ਹੈ ਜਾਂ ਕਿਸ ਕਿਸਮ ਦਾ ਕੀ ਹੈ। ਸ਼ਾਇਦ ਉਸੇ ਰੁਝਾਨ ਨੂੰ ਦੇਖ ਕੇ ਜਿੱਦਾਂ ਸਾਡੇ ਦੋਸਤ ਕੰਵਰ ਜੀ ਗੱਲ ਕਰ ਰਹੇ ਨੇ, ਜਾਂ ਉੱਧਰੋਂ ਜਿਹੜੇ ਹੈਗੇ ਆ ਗੋਸ਼ਾ ਜੀ ਗੱਲ ਕਰ ਰਹੇ ਨੇ ਕਿ ਉਹਨੂੰ ਬੀ ਟੀਮ ਦੱਸ ਰਿਹਾ, ਉਹਨੂੰ ਬੀ ਟੀਮ ਦੱਸ ਰਹੇ ਆ। ਮੇਰਾ ਖਿਆਲ ਹੈ ਇਹ ਸਮਝ ਪਾਰਟੀਆਂ ਨੂੰ ਆਪਣੇ ਲੈਵਲ 'ਤੇ ਹੋਣੀ ਚਾਹੀਦੀ ਹੈ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਨੈਸ਼ਨਲ ਪਾਰਟੀ ਵਜੋਂ ਜਿਹੜਾ ਇੱਕ ਉਭਾਰ
ਜਿਹੜਾ ਇੱਕ ਨਵਾਂ ਦੇਖਣ ਚ ਆ ਰਿਹਾ। ਹੁਣ ਗੁਜਰਾਤ ਦੇ ਵਿੱਚੋਂ ਕਿੰਨੇ % ਵੋਟ, ਜਿਹੜੀ ਗੋਸ਼ਾ ਜੀ ਨੇ ਪਰਸੈਂਟੇਜ ਦੀ ਗੱਲ ਕੀਤੀ ਹੈ ਨਾ ਜੀ, ਹੁਣ ਕਿਉਂਕਿ ਦੇਖੋ ਹਿਮਾਚਲ ਦੇ ਵਿੱਚੋਂ ਬੈਕਆਊਟ ਕਰ ਗਈ ਪਾਰਟੀ ਪੂਰੀ ਤਰ੍ਹਾਂ, ਉੱਥੇ ਕੋਈ ਬਹੁਤਾ ਸਰਗਰਮੀ ਦੇਖਣ ਨਹੀਂ ਆਈ ਤੇ ਹੁਣ ਗੁਜਰਾਤ ਦੇ ਵਿੱਚ ਕਿੰਨੇ % ਵੋਟ ਲੈਂਦੀ ਹੈ, ਕਿੰਨੀਆਂ ਕੁ ਸੀਟਾਂ ਲੈਂਦੀ ਹੈ। ਮੈਂ ਕਹਿੰਦਾ ਜੇ ਉੱਥੇ ਥੋੜ੍ਹੀਆਂ ਜਿਹੀਆਂ ਸੀਟਾਂ ਵੀ ਲੈ ਜਾਂਦੀ ਹੈ ਜਾਂ ਹੋਰ ਹੈ ਤਾਂ ਇਹਨਾਂ ਦੂਜੀਆਂ ਪਾਰਟੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇੱਕ ਤੀਜੀ ਜਿਹੜੀ ਧਿਰ ਹੈ ਉਹ ਇੱਕ ਨੈਸ਼ਨਲ ਪਾਰਟੀ ਵਜੋਂ ਜਿਹੜੀ ਉੱਪਰ ਆ ਰਹੀ ਆ, ਆਉਣ ਵਾਲੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਤੇ ਉਹਨਾਂ ਦੇ ਵਿੱਚ ਕਿੱਦਾਂ ਦੇ ਟ੍ਰੈਂਡ ਹੋਣਗੇ ਉਸ ਗੱਲ ਵੱਲ ਧਿਆਨ ਦੇਣਾ ਚਾਹੀਦਾ। ਇੱਕ ਗੱਲ ਮੈਂ ਲਾਸਟ ਕਰਨੀ ਚਾਹੁੰਦਾ ਕਿ ਦੇਖੋ ਇੱਥੇ ਸਿਰਾਂ ਦੇ ਮੁੱਲ ਪੈਂਦੇ ਆ ਕਿਉਂਕਿ ਵੋਟ ਦੇ ਨਾਲ ਹੀ ਜਿਹੜਾ ਹੈ ਕਿਸੇ ਨੇ MLA ਬਣਨਾ ਹੈ ਜਾਂ ਜਿਹਦਾ MCD ਦਾ ਮੈਂਬਰ ਬਣਨਾ ਹੈ, ਕੌਂਸਲਰ ਬਣਨਾ ਹੈ ਜਾਂ MP ਬਣਨਾ ਹੈ ਜਾਂ ਹੋਰ ਹੈ। ਲੋਕਾਂ ਦੇ ਵਿੱਚ, ਆਵਾਮ ਦੇ ਵਿੱਚ ਤੁਹਾਡੀ ਪਾਰਟੀ ਕਿਵੇਂ ਕਿਸੇ ਗੱਲ ਨੂੰ ਲੈ ਕੇ ਜਾਂਦੀ ਹੈ? ਇੱਥੇ ਇਹ ਨਹੀਂ ਕਿ ਕਿਹਦੀ B ਟੀਮ ਹੈ, ਕਿਹਦੀ A ਟੀਮ ਹੈ, ਇਹ ਗੱਲ ਹੁਣ ਤੱਕ ਚਲੋ ਅੱਜ ਇੱਥੇ ਅਕਾਲੀ ਦਲ ਦਾ ਨੁਮਾਇੰਦਾ ਵੀ ਮੇਰਾ ਖਿਆਲ ਹੋਣਾ ਚਾਹੀਦਾ ਸੀ ਕਿਉਂਕਿ ਲੰਬਾ ਸਮਾਂ BJP ਨਾਲ ਭਾਈਵਾਲੀ ਰਹੀ ਹੈ ਤੇ ਉਹ ਵੀ ਅਕਸਰ ਜਿਹੜੀ ਇੱਦਾਂ ਦੀ ਜਿਹੜੀ ਭਾਸ਼ਾ ਟਰਮੀਨੋਲੋਜੀ ਉਹਨਾਂ ਦੀ ਡਿਕਸ਼ਨਰੀ ਦੀ ਵੀ ਹੈ ਇਹ ਕਿ ਕਿਹਦੀ B ਟੀਮ ਹੈ। ਸੋ ਇਹ ਮੈਂ ਸਮਝਦਾ ਇਸ ਗੱਲ ਨੂੰ ਛੱਡ ਕੇ ਤੁਸੀਂ ਲੋਕਾਂ ਲਈ ਕੀ ਕਹਿਣਾ ਚਾਹੁੰਦੇ ਹੋ ਉਹ ਗੱਲ ਕਰਨੀ ਚਾਹੀਦੀ ਹੈ। ਜੀ ਥੈਂਕ ਯੂ ਵੈਰੀ ਮਚ। ਗੋਸ਼ਾ ਜੀ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਆਪਦੇ ਬੁਲਾਰੇ ਮਿੱਤਲ ਨੇ ਸਾਫ਼ ਤੌਰ ਤੇ ਕਿਹਾ ਕਿਉਂ ਭਾਜਪਾ ਹਾਰੀ। ਉਹਨਾਂ ਦਾ ਕਹਿਣਾ ਕਿ ਜਿਹੜਾ 15 ਸਾਲ ਦਾ ਤੁਹਾਡਾ ਸ਼ਾਸਨ ਰਿਹਾ ਉਹ ਕਹਿੰਦੇ ਕੁਸ਼ਾਸਨ ਆ, ਉਹ ਗੰਦਗੀ ਦੇ ਢੇਰਾਂ ਦੀ ਗੱਲ ਕਰਦੇ ਆ, ਦੂਜੇ ਦੁਰਪ੍ਰਬੰਧਾਂ ਦੀ ਗੱਲ ਕਰਦੇ ਆ ਜਿਹਦੇ ਕਰਕੇ ਹਾਰੀ। ਕਾਂਗਰਸ ਦਾ ਕਹਿਣਾ ਇੱਕ ਵਜ੍ਹਾ ਇਹ ਵੀ ਹੈ ਕਿ ਆਪ ਦੀ ਗੱਲ ਕਰ ਲਈਏ ਚਾਹੇ ਭਾਜਪਾ ਦੀ ਗੱਲ ਕਰ ਲਈਏ, ਇਹ ਤੇ B ਟੀਮ ਵਜੋਂ ਖੇਡਦੀਆਂ ਤਾਂ ਕਿ ਤੀਜੀ ਧਿਰ ਨੂੰ ਬਾਹਰ ਕੀਤਾ ਜਾ ਸਕੇ ਜਾਂ ਦੂਜੀ ਧਿਰ ਨੂੰ ਪਾਸੇ ਕੀਤਾ ਜਾ ਸਕੇ। ਸਿੱਧੂ ਸਾਹਿਬ 270 ਚੋਂ 181 ਸੀਟਾਂ ਪਿਛਲੀ ਵਾਰ ਲੈ ਗਏ ਸੀ, ਹੁਣ 250 ਸੀਟਾਂ ਤੇ ਇਲੈਕਸ਼ਨ ਸੀ, ਉਹਦੇ ਵਿੱਚੋਂ ਫਿਰ ਅਸੀਂ 104 ਚ ਲੈ ਗਏ। ਇਹ ਕਹਿੰਦੇ ਬੜੀ ਬੁਰੀ ਤਰ੍ਹਾਂ ਹਾਰ ਗਏ, ਅਸੀਂ ਤਾਂ ਫਿਰ ਖੜੇ ਆ। ਹੁਣ % ਦੇਖੋ ਰੁਪਾਲ ਸਾਹਿਬ ਦੀ ਗੱਲ ਠੀਕ ਹੈ ਵੀ ਇੱਕ ਦੂਜੇ ਤੇ ਕੋਈ ਇਲਜ਼ਾਮ ਲਾਉਂਦੇ ਆ, ਪਾਰਟੀਆਂ ਦਾ ਟ੍ਰੈਂਡ ਆ, ਪਰ 2013 ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਰਕਾਰ ਬਣਾਈ ਹੈ। ਹਾਂ ਇੰਜ ਜ਼ਰੂਰ ਲੱਗ ਰਿਹਾ B ਟੀਮ ਆਪ ਸੀ, ਹੁਣ B ਟੀਮ ਕਾਂਗਰਸ ਬਣੀ ਜਾ ਰਹੀ ਹੈ। ਦੇਖੋ ਮੈਂ ਪਿਛਲੇ ਦੀ ਤੱਤ ਦੇਣ ਲੱਗਾ, ਰੁਪਾਲ ਸਾਹਿਬ ਬੜੇ ਸਿਆਣੇ ਪੱਤਰਕਾਰ ਹੈ ਸਿੱਧੂ ਸਾਹਿਬ। BJP ਨੂੰ ਪਿਛਲੀ ਵਾਰੀ 36.8% ਵੋਟ ਪਈ ਹੈ, ਅਰਵਿੰਦ ਕੇਜਰੀਵਾਲ ਆਪ ਨੂੰ 26.23% ਪਈ ਸੀਗੀ, 21.9% ਪਈ ਸੀ ਕਾਂਗਰਸ ਨੂੰ। ਅੱਜ ਕਾਂਗਰਸ ਦੀ 10% ਰਹਿ ਗਈ ਹੈ, ਉਹਦੀ 11% ਵੋਟ ਸ਼ਿਫਟ ਹੋ ਗਈ ਸਿੱਧੀ ਆਮ ਆਦਮੀ ਪਾਰਟੀ ਵੱਲ। ਤੇ ਉਹਦਾ ਤੱਥ ਮੌਜੂਦ ਹੈ ਨਾ ਵੀ ਕੌਣ ਕਿਹਦੀ ਮਦਦ ਕਰ ਰਿਹਾ, ਤੇ ਦਿਖ ਰਿਹਾ ਵੀ ਕਾਂਗਰਸ ਇੰਨੀ ਕਮਜ਼ੋਰ ਕਿੱਦਾਂ ਹੋ ਗਈ। ਇਹਦਾ ਮਤਲਬ ਵੋਟ ਸ਼ਿਫਟ ਹੋ ਰਹੀ ਆ ਪਿਛੋੜ। ਤੁਸੀਂ ਗੱਲ ਕਰ ਰਹੇ ਹੋ ਜੋ ਪ੍ਰੀਤਮ ਰੁਪਾਲ ਜੀ ਕਹਿ ਰਹੇ ਹੈ, ਆਪਾਂ ਦੇਖੋ ਜਦੋਂ ਮੈਂ ਪਹਿਲਾਂ ਵੀ ਕਿਹਾ ਆਪਾਂ ਪੰਜਾਬੀ ਹਾਂ, ਪੰਜਾਬ 'ਚ 92 ਸੀਟਾਂ ਲੈ ਗਈ ਆਪ, ਕਾਂਗਰਸ ਜਿਹੜੀ ਹੈਗੀ ਹੈ ਉਹ ਵਿਰੋਧੀ ਧਿਰ 'ਚ ਆ ਕੇ ਬੈਠ ਗਈ। ਹੁਣ ਕਾਂਗਰਸ ਨੇ ਆਪਣੀਆਂ ਜਿਹੜੀਆਂ ਵੋਟਾਂ ਪਾਤੀਆਂ ਆਪ ਨੂੰ, ਇਸੇ ਤਰੀਕੇ ਨਾਲ ਦਿੱਲੀ ਦੀ ਜੇ ਆਪਾਂ ਜ਼ਿਕਰ ਕਰੀਏ ਕਿ ਕਾਂਗਰਸ ਨੇ ਵੋਟਾਂ ਪਾਈਆਂ ਤਾਂ ਆਪ ਅੱਗੇ ਆ ਗਈ ਹੈ। ਨਹੀਂ ਮੈਂ ਤਾਂ ਕਹਿੰਦਾ ਵੀ ਸ਼ਿਫਟ ਹੋਈ ਹੈ, ਇਹਦਾ ਹੋਰ ਪ੍ਰਸਥਿਤੀ ਹੈ, ਦਿੱਲੀ ਦੀ ਹੋਰ ਪ੍ਰਸਥਿਤੀ ਹੈ। ਬਿਲਕੁਲ ਦੋਨੋਂ ਸਟੇਟਾਂ ਦੀ ਅਲੱਗ-ਅਲੱਗ ਪ੍ਰਸਥਿਤੀ ਹੈ। ਦਿੱਲੀ ਦੇ ਵਿੱਚ ਵੋਟ ਇਧਰ ਕੀਤੀ ਗਈ ਹੈ ਕਿਉਂਕਿ ਉਹਨਾਂ ਨੂੰ ਡਰ ਸੀ ਵੀ ਚੌਥੀ ਵਾਰੀ ਭਾਜਪਾ ਆ ਰਹੀ ਹੈ। ਹੁਣ ਪੰਜਾਬ ਦੀ ਜਿਹੜੇ 92 ਸੀਟਾਂ ਆਈਆਂ ਨਾ, ਤੇ ਇਹ ਬਦਲਾਵ ਦੇ ਨਾਮ ਤੇ ਆਈਆਂ। ਲੋਕੀ, ਮੈਂ ਕਹਿੰਦਾ ਲੋਕੀ ਕਲਪੇ ਹੋਏ ਸੀ ਪੁਰਾਣੀਆਂ ਪਾਰਟੀਆਂ ਤੋਂ, ਲੋਕੀ ਚੇਂਜ ਭਾਲਦੇ ਸੀ, ਉਹਨਾਂ ਨੇ ਮੌਕਾ ਦਿੱਤਾ ਪਰ ਮੌਕੇ ਦਾ ਫਾਇਦਾ ਥੋੜਾ ਮਿਲਿਆ। ਮੌਕੇ ਦਾ ਤਾਂ ਘਾਟਾ ਮਿਲਿਆ। 350 ਤੋਂ ਵੱਧ ਕਤਲ ਹੋ ਚੁੱਕੇ ਆ, 250 ਤੋਂ ਵੱਧ ਆਤਮ ਹੱਤਿਆ ਆਪਣਾ ਨਸ਼ਿਆਂ ਦੇ ਵਿੱਚ ਬੰਦੇ ਜਾ ਚੁੱਕੇ ਆ, 100 ਤੋਂ ਵੱਧ ਕਿਸਾਨ ਆਤਮ ਹੱਤਿਆ ਕਰ ਚੁੱਕੇ। ਉਹਦਾ ਪੰਜਾਬ ਦੇ ਹਾਲਾਤ ਮਾੜੇ। ਹੁਣ ਕਹਿੰਦੇ ਆ ਵੀ ਗੁਜਰਾਤ 'ਚ ਜਾ ਕੇ ਕਹਿੰਦੇ, ਹਿਮਾਚਲ ਜਾ ਕੇ ਕਹਿੰਦੇ, ਉਹ ਟਾਈਮ ਥੋੜਾ ਲੱਗਣਾ, ਉਹ ਤਾਂ ਕੱਲ ਆ ਗਿਆ, ਆਪਾਂ ਨੂੰ ਪਤਾ ਲੱਗ ਜਾਣਾ ਉਹਦੇ ਵਿੱਚ ਇਹਨਾਂ ਨੂੰ ਕਿੰਨੀਆਂ ਸੀਟਾਂ ਮਿਲੀਆਂ। ਇਹ ਤਾਂ ਇੱਥੇ ਵੀ ਦਿੱਲੀ 'ਚ ਕਹਿੰਦੇ ਸੀ ਵੀ 10 ਸੀਟਾਂ ਨਹੀਂ ਟੱਪਣ ਦੇਗੇ ਭਾਜਪਾ ਨੂੰ, 100 ਕਿੱਦਾਂ ਟੱਪ ਗਈ। ਪਰ ਗੁੱਸਾ ਜੀ ਉਹ ਵੀ ਕਹਿੰਦੇ ਆ ਸਰਕਾਰ ਬਣਾਵਾਂਗੇ ਜੀ ਦਾ ਇਹ ਕਹਿਣਾ ਹੈ, ਜੋ ਉਹਨਾਂ ਨੇ ਸਵਾਲ ਕੀਤਾ ਤੁਹਾਡੇ ਨਾਲ, ਉਹਨਾਂ ਦਾ ਕਹਿਣਾ ਕਿ ਦੇਖੋ ਉੱਥੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਹੋਰ ਸੀਨੀਅਰ ਆਗੂ ਸਿੱਧੂ ਸਾਹਿਬ ਮੋਦੀ ਦਾ ਫੇਸ ਬਣਾ ਕੇ ਇਲੈਕਸ਼ਨ ਲੜੀ ਗਈ ਹੈ, ਕਹਿੰਦੇ ਫਿਰ ਵੀ ਅਸੀਂ ਜੀ ਸਿੱਧੂ ਸਾਹਿਬ ਮੈਂ ਤਾਂ ਉੱਥੇ ਇਲੈਕਸ਼ਨ ਦੇ ਵਿੱਚ ਰਿਹਾ। ਇਹ ਮੰਤਰੀਆਂ ਦੇ ਨਾਮ ਤਾਂ ਜੋ ਉਹਨੇ ਇਹਨਾਂ ਦੇ ਸੰਜੇ ਸਿੰਘ ਨੇ ਕਹਿਤਾ ਉਹ ਕਾਪੀ ਟੂ ਕਰਦੇ ਪਿਆ। ਝੂਠ ਬੋਲਣ 'ਚ ਆਮ ਆਦਮੀ ਪਾਰਟੀ ਦੇ ਦੋ ਹੀ ਲੋਗੋ ਹੈ, ਜੰਮ ਕੇ ਝੂਠ ਬੋਲੋ ਤੇ ਜੰਮ ਕੇ ਝੂਠ ਦਾ ਪ੍ਰਚਾਰ ਕਰੋ। ਵੀ ਉਹ ਗਿਣਤੀਆਂ ਲੋਕੀ ਇਹਨਾਂ ਦੇ ਬੁਲਾਰੇ ਬੋਲਣ ਲੱਗ ਪਏ, ਏਦਾਂ ਨਹੀਂ ਹੈ। ਠੀਕ ਹੈ ਆਮ ਆਦਮੀ ਪਾਰਟੀ ਨੂੰ ਵੱਧ ਸੀਟਾਂ ਮਿਲ ਗਈਆਂ ਹੋਈਆਂ, ਪਰ ਹੋਰ ਸ਼ਾਇਦ ਚੇਂਜ ਹੋ ਜਾਵੇ, 2-4 ਸੀਟਾਂ ਤੇ ਲੱਗਦਾ ਪਿਆ, ਉਹ ਗੱਲ ਵੱਖਰੀ ਹੈ। ਜਿੱਤ ਇਹਨਾਂ ਨੂੰ ਮੁਬਾਰਕ ਹੈ, ਜਿੱਤ ਜਿਹੜਾ ਵੀ ਜਿੱਤੇ ਉਹ ਵੋਟਰ ਜਿੱਤਦੇ ਆ, ਕਿਉਂਕਿ ਜਨਤਾ ਨੂੰ ਕੁਛ ਨਾ ਕੁਝ 15 ਸਾਲ ਤੋਂ BJP ਸੀ, ਸ਼ਾਇਦ ਲੱਗਦਾ ਹੋਊਗਾ ਸਾਡੇ 'ਚ ਕੋਈ ਕਮਜ਼ੋਰੀ ਹੋਊਗੀ, ਅਸੀਂ ਕਮਜ਼ੋਰੀ ਤੇ ਕੰਮ ਕਰਾਂਗੇ। ਅਸੀਂ ਇਹ ਨਹੀਂ ਕਹਿੰਦੇ ਕਮਜ਼ੋਰੀ ਤੇ ਕੰਮ ਨਹੀਂ ਕਰਾਂਗੇ। ਮੈਂ ਫਿਰ ਕਹਿ ਰਿਹਾ ਵੀ 40 ਤੋਂ ਵੱਧ ਸੀਟਾਂ ਜਿੱਤੇ 200-400 'ਚ ਆ ਰਹੇ ਆ, ਸ਼ਾਇਦ ਉੱਥੇ ਥੋੜਾ ਜਿਹਾ ਵੱਧ ਜ਼ੋਰ ਲੱਗ ਜਾਂਦਾ ਤੇ ਸ਼ਾਇਦ ਅੱਜ ਇਲੈਕਸ਼ਨ ਦਾ ਟ੍ਰੈਂਡ ਥੋੜਾ ਚੇਂਜ ਹੁੰਦਾ। ਪਰ ਕੱਲ ਗੁਜਰਾਤ ਤੇ ਹਿਮਾਚਲ 'ਚ ਇਹਨਾਂ ਨੂੰ ਮੂੰਹ ਦੀ ਖਾਣੀ ਪੈ ਜਾਊਗੀ। ਸਟੇਟਾਂ ਦੀ ਗੱਲ ਕਰੀਏ, MCD ਤੇ ਸਰਕਾਰ ਦੇ ਵਿੱਚ ਬਹੁਤ ਫਰਕ ਹੈਗਾ।
ਹੁਣ ਫਰਕ ਤਾਂ ਕੱਲ ਪਤਾ ਸਰਕਾਰਾਂ ਦਾ ਮੁੱਦਾ ਆਏਗਾ। ਬਿਲਕੁਲ ਗੁਸ਼ਾ ਜੀ ਵਾਜਬ ਗੱਲ ਕਰ ਸਿੱਧੂ ਰਹੇ ਹੋ ਸਾਹਿਬ ਆਪਣੇ ਪੰਜਾਬ ਦੇ ਨਾਲ ਹਿਮਾਚਲ ਸਟੇਟ ਲੱਗਦੀ ਹੈ, ਉੱਥੇ ਪਤਾ ਲੱਗ ਜੂ ਇਹਨਾਂ ਨੂੰ ਨਿਗਮ ਦੇ ਇਲੈਕਸ਼ਨ ਉੱਥੇ ਤਾਂ ਬਾਕੀ ਕਰਕੇ ਚਰਚਾ ਕਰ ਰਹੇ ਹਾਂ ਜੀ। ਗੁਸ਼ਾ ਜੀ, ਜਿਸ ਮਾਮਲੇ ਤੇ ਤੁਸੀਂ ਗੱਲ ਕੀਤੀ ਆਪਾਂ ਜਵਾਬ ਲੈਣੇ ਮਿੱਤਲ ਜੀ ਤੋਂ। ਮਿੱਤਲ ਜੀ, ਜੋ ਤੁਸੀਂ ਕਮੈਂਟ ਕੀਤੇ ਹੈ, ਗੋਸ਼ਾ ਜੀ ਦਾ ਕਹਿਣਾ ਹੈ ਕਿ ਵੀ ਸਿੱਧੇ ਤੌਰ ਤੇ ਆਪ ਦਾ ਕੰਮ ਹੈ ਝੂਠ ਬੋਲਣਾ। ਤੁਸੀਂ ਵੀ ਪੂਰਾ ਜ਼ੋਰ ਲਗਾਇਆ ਦਿੱਲੀ ਦੇ ਵਿੱਚ ਇਹੋ ਜੀ ਗੱਲ ਨਹੀਂ, ਪਰ ਝੂਠ ਦਾ ਪਲੰਦਾ ਕਹਿੰਦੇ ਬਹੁਤੀ ਦੇਰ ਚੱਲੇਗਾ ਨਹੀਂ। ਦੇਖੋ ਗੱਲ ਇਹ ਆ ਸਿੱਧੂ ਸਾਹਿਬ, ਝੂਠ ਕੌਣ ਬੋਲ ਰਿਹਾ? ਦਿੱਲੀ ਦੀ ਜਨਤਾ ਜਾਣਦੀ ਹੈ। ਠੀਕ ਹੈ, ਆ ਹੰਕਾਰ ਸਾਨੂੰ ਕਹਿ ਰਿਹਾ, ਹੰਕਾਰ ਇਹਨਾਂ ਦਾ ਝਲਕ ਰਿਹਾ ਕਿ ਇਹ ਐਡੀ ਵੱਡੀ ਹਾਰ ਹੋਣ ਦੇ ਬਾਵਜੂਦ ਵੀ ਆਪਣੀ ਹਾਰ ਕਬੂਲ ਨਹੀਂ ਕਰ ਰਹੇ। ਔਰ ਇਹਨਾਂ ਨੂੰ ਵੱਡਾ ਦਿਲ ਕਰਨਾ ਚਾਹੀਦਾ ਸੀਗਾ ਕਿ ਤੁਸੀਂ ਹਾਰ ਗਏ ਤੇ ਤੁਹਾਨੂੰ ਜਨਤਾ ਨੇ ਮੈਂਡੇਟ ਦਿੱਤਾ ਸੀ, ਵੈਲਕਮ ਕਰਦੇ ਆ, ਤੁਹਾਨੂੰ ਮੁਬਾਰਕਾਂ ਦਿੰਦੇ ਆ। ਇਹਨਾਂ ਨੇ ਉਹ ਤਾਂ ਗੱਲ ਹੀ ਨਹੀਂ ਕੀਤੀ। ਇਹ ਹਜੇ ਵੀ ਇੱਕ ਮੰਗੇਰੀ ਲਾਲ ਦੇ ਸੁਪਨਿਆਂ ਦੇ ਵਾਂਗ ਦੇਖ ਰਹੇ ਨੇ ਕਿ ਦਿੱਲੀ ਦੇ ਉੱਤੇ ਸਾਡੀ ਸਲਤਨਤ ਕਾਇਮ ਹੈ। ਇਹਨਾਂ ਦੀ ਸਲਤਨਤ ਦਿੱਲੀ ਚੋਂ ਪੂਰੀ ਤਰ੍ਹਾਂ ਜਾ ਚੁੱਕੀ ਹੈਗੀ ਆ। ਹੁਣ 2024 ਦੇ ਵਿੱਚ ਜਿਹੜਾ ਹੈਗਾ ਇਹ ਫਾਈਟ ਹੋਣੀ ਹੈ ਕਿ ਮੋਦੀ ਵਰਸਸ ਅਰਵਿੰਦ ਕੇਜਰੀਵਾਲ। ਲੋਕਾਂ ਨੇ ਮੋਦੀ ਸਾਹਿਬ ਦਾ ਚਿਹਰਾ ਜਿਹੜਾ ਹੈਗਾ ਨਕਾਰਿਆ, ਅਰਵਿੰਦ ਕੇਜਰੀਵਾਲ ਦੇ ਚਿਹਰੇ ਨੂੰ ਜਿਹੜਾ ਹੈਗਾ ਐਕਸੈਪਟ ਕੀਤਾ ਹੈਗਾ, ਤੇ ਇਸ ਕਰਕੇ ਇਹ ਇਹਨਾਂ ਦੇ ਜਿਹੜੇ ਮਨ ਦੇ ਵਹਿਮ ਨੇ ਉਹ ਸਾਰੇ ਕੱਢ ਦਿੱਤੇ ਨੇ। ਦੂਜੀ ਗੱਲ ਇਹ ਕਹਿੰਦੇ ਡਿਵੈਲਪਮੈਂਟ ਨਹੀਂ ਹੋਈ। ਮੈਂ ਤੁਹਾਨੂੰ ਦੱਸ ਰਿਹਾ ਦਿੱਲੀ ਦੇ ਵਿੱਚ ਕੀ ਗੱਲ, ਦਿੱਲੀ ਦੇ ਵਿੱਚ ਲੋਕਾਂ ਦਾ ਬਿਜਲੀ ਦੇ ਬਿੱਲ ਜ਼ੀਰੋ ਨਹੀਂ ਆ ਰਹੇ ਕਿ ਦਿੱਲੀ ਦੇ ਵਿੱਚ ਸਕੂਲ ਵਧੀਆ ਨਹੀਂ ਕੀਤੇ, ਕਿ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਨਹੀਂ ਖੁੱਲੇ, ਕਿ ਦਿੱਲੀ ਦੇ ਵਿੱਚ ਪਾਣੀ ਦੀ ਫੈਸਿਲਿਟੀ ਨਹੀਂ ਮਿਲ ਰਹੀ। ਅੱਜ ਮੈਂ ਪੰਜਾਬ ਦੇ ਵਿੱਚ ਰਹਿਣਾ, ਮੇਰਾ ਖੁਦ ਦਾ ਬਿੱਲ ਜ਼ੀਰੋ ਆਇਆ ਪੰਜਾਬ ਦੇ ਵਿੱਚ। ਕਿਹਦੀ ਬਦੌਲਤ ਆਇਆ? ਅਰਵਿੰਦ ਕੇਜਰੀਵਾਲ ਜੀ ਦੀ ਬਦੌਲਤ ਆਇਆ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਦੌਲਤ ਆਇਆ। ਆਮ ਆਦਮੀ ਪਾਰਟੀ ਦੀ ਸਰਕਾਰ ਇੱਕੋ ਇੱਕ ਇਹੀ ਸਰਕਾਰ ਹੈ ਜਿਹੜੀ ਲੋਕਾਂ ਵਾਸਤੇ ਕੰਮ ਕਰਦੀ ਹੈ। ਇਹ ਕਿਸੇ ਵੱਡੇ ਘਰਾਣੇ ਕਾਰਪੋਰੇਟ ਘਰਾਣੇ ਵਾਸਤੇ ਕੰਮ ਨਹੀਂ ਕਰਦੀ। ਆਮ ਆਦਮੀ ਪਾਰਟੀ ਦੇ ਘਰ 'ਚ ਬਿੱਲ ਲਦਾਏ ਜਨਤਾ ਵਾਸਤੇ ਕੰਮ ਕੀਤਾ ਹੁੰਦਾ ਤੇ ਤੁਹਾਡਾ ਇਹ ਹਸ਼ਰ ਨਾ ਹੁੰਦਾ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਸਿਮਟ ਜਾਂਦੇ। ਔਰ ਤੁਸੀਂ 15 ਸਾਲ ਰਾਜ ਕਰਨ ਦੇ ਬਾਵਜੂਦ ਵੀ ਐਮਸੀਡੀ ਚੋਂ ਬਾਹਰ ਹੋ ਗਏ ਤੇ ਕੋਈ ਨਾ ਕੋਈ ਤਾਂ ਫਿਰ ਤੁਹਾਡੇ 'ਚ ਕਮੀਆਂ ਰਹੀਆਂ ਨੇ ਨਾ। ਤੁਸੀਂ ਸਾਨੂੰ ਨਿੰਦਣ ਦੀ ਬਜਾਏ ਆਪਣੀ ਪੜਚੋਲ ਕਰੋ, ਆਪਣੀ ਇਨਸਪੈਕਸ਼ਨ ਕਰੋ, ਆਪਣੀ ਤੁਸੀਂ ਇੰਟਰੋਸਪੈਕਸ਼ਨ ਕਰੋ, ਤੁਸੀਂ ਆਪਣੀ ਮੀਟਿੰਗ ਰੱਖੋ ਵੀ ਅਸੀਂ ਆ ਰਹੇ ਹਾਂ। ਤੁਸੀਂ ਇਹ ਨਹੀਂ ਕਿ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਫੇਕ ਮਤਲਬ ਰਿਊਮਰ ਫੈਲਾ ਕੇ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗਾਲਾਂ ਕੱਢ ਕੇ ਤੁਸੀਂ ਜਿੱਤ ਜਾਓਗੇ। ਦਿੱਲੀ ਦੀ ਜਨਤਾ ਬੜੀ ਸਿਆਣੀ ਹੈ। ਤੁਸੀਂ ਕਦੇ ਸਤਿੰਦਰ ਜੈਨ ਜੀ ਤੇ ਇਲਜ਼ਾਮ ਲਾ ਰਹੇ ਹੋ, ਕਦੇ ਤੁਸੀਂ ਮਨੀਸ਼ ਸਿਸੋਦੀਆ ਤੇ ਇਲਜ਼ਾਮ ਲਾ ਰਹੇ ਹੋ, ਕਦੇ ਤੁਸੀਂ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲਾ ਰਹੇ ਹੋ। ਸਾਰਾ ਤੁਹਾਡਾ ਫੇਕ ਪ੍ਰੋਪੋਗੰਡਾ, ਫੇਕ ਵੀਡੀਓਜ਼ ਤੁਸੀਂ ਜਾਰੀ ਕੀਤੀਆਂ। ਪਰ ਅਸੀਂ ਤੁਹਾਡੇ ਖਿਲਾਫ ਨਹੀਂ ਬੋਲੇ। ਅਸੀਂ ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਅਸੀਂ ਕੰਮ ਕਰਾਂਗੇ। ਅਸੀਂ ਕੋਈ ਝੂਠੀ ਤੁਹਮਤਬਾਜ਼ੀ ਨਹੀਂ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ। ਅਸੀਂ ਇਹ ਗੱਲ ਕਹੀ ਹੈ ਕਿ ਅਗਰ ਤੁਸੀਂ ਐਮਸੀਡੀ ਨੂੰ ਆਮ ਆਦਮੀ ਪਾਰਟੀ ਦੇ ਲੈ ਕੇ ਆਓਗੇ ਤਾਂ ਆਮ ਆਦਮੀ ਪਾਰਟੀ ਤੁਹਾਡੇ ਸਕੂਲ ਅੱਛੇ ਕਰੇਗੀ, ਜਿਹੜੇ ਐਮਸੀਡੀ ਦੇ ਸਕੂਲ ਨੇ। ਐਮਸੀਡੀ ਦੇ ਹਸਪਤਾਲ ਤੁਹਾਡੀ ਆ ਗਈ ਗੱਲ, ਆਪਾਂ ਗੋਸ਼ਾ ਜੀ ਤੋਂ ਵੀ ਜਵਾਬ ਲੈ ਲਈਏ। ਗੋਸ਼ਾ ਜੀ ਤੋਂ, ਗੋਸ਼ਾ ਜੀ ਜਿਸ ਮੁੱਦੇ ਤੇ ਤੁਸੀਂ ਜਵਾਬ ਦੇਣਾ ਚਾਹੁੰਦੇ ਆਪਣੀ ਗੱਲ ਜ਼ਰੂਰ ਕਰਿਓ। ਸਿੱਧੂ ਸਾਹਿਬ ਮੈਂ ਕਿ ਜਿਹੜੀ ਆ ਰਹੀ 24 ਦੀ ਇਲੈਕਸ਼ਨ ਆ ਪਾਰਲੀਮੈਂਟ ਦੀ, ਉਹ ਅਰਵਿੰਦ ਕੇਜਰੀਵਾਲ ਵਰਸਸ ਨਰਿੰਦਰ ਮੋਦੀ ਹੋਏਗੀ। ਜੋ ਸਥਿਤੀ ਇਸ ਵੇਲੇ ਬਣੀ ਵੀ ਹੈ, ਉਹ ਕਹਿੰਦੇ ਸਾਨੂੰ ਝੂਠ ਬੋਲਣ ਦੀ ਗੱਲ ਕਰਦੇ ਆ। ਝੂਠ ਤਾਂ ਤੁਸੀਂ ਲਗਾਤਾਰ ਬੋਲਦੇ ਹੋ ਆਮ ਆਦਮੀ ਪਾਰਟੀ ਦੇ ਖਿਲਾਫ ਤੇ ਉਹਨਾਂ ਦੇ ਆਗੂਆਂ ਦੇ ਖਿਲਾਫ। ਸਿੱਧੂ ਸਾਹਿਬ ਏਦਾਂ ਹੈ ਵੀ ਸੁਪਨੇ ਲੈਣਾ ਸਾਰਿਆਂ ਦਾ ਹੱਕ ਹੈ, ਸੁਪਨੇ ਲੈਣੇ ਚਾਹੀਦੇ ਆ, ਪਰ ਸੁਪਨੇ ਵੀ ਉਹਨੇ ਕੋ ਲੈਣੇ ਚਾਹੀਦੇ ਜਿੰਨੇ ਕੋ ਬੰਦਾ ਨਿਭਾ ਸਕੇ। ਆ 2024 ਛੱਡੋ, ਕੱਲ ਦਾ ਦਿਨ ਹੀ ਪਤਾ ਲੱਗ ਜੂ, 24 ਦਾ ਟ੍ਰੇਲਰ ਕੱਲ ਪਤਾ ਲੱਗ ਜੂ ਵੀ ਆਮ ਆਦਮੀ ਪਾਰਟੀ ਦਾ ਕੀ ਹਾਲ ਹੋਇਆ। ਦੂਜੀ ਗੱਲ, ਮੈਂ ਖੁਦ ਜਾ ਕੇ ਐਮਸੀਡੀ ਦੇ ਸਕੂਲ ਦੇਖ ਕੇ ਆਇਆ ਦਿੱਲੀ ਦੇ ਵਿੱਚ, ਜਿਹੜੇ ਵਰਲਡ ਲੈਵਲ ਤੇ ਬਣੇ ਹੋਏ ਆ। ਹੁਣ ਪਤਾ ਕੀ ਕਰਨਾ ਕੇਜਰੀਵਾਲ ਸਾਹਿਬ ਨੇ, ਉੱਥੇ ਜਾ ਕੇ ਕੈਮਰੇ ਬਣਾ ਕੇ ਅਸੀਂ ਐਮਸੀਡੀ ਦੇ ਸਕੂਲ ਬੜੀਆ ਕਰਦੀ ਹੈ। ਇਹ ਝੂਠ ਬੋਲਣਗੇ। ਹੁਣ ਦੂਜੀ ਗੱਲ ਰਹਿ ਗਈ ਹੈ ਸਤਿੰਦਰ ਜੈਨ, ਮੈਂ ਬੋਲ ਰਿਹਾ ਵਿੱਚ ਨਾ ਬੋਲੋ, ਵਿੱਚ ਨਾ ਬੋਲੋ, ਵਿੱਚ ਨਾ ਬੋਲੋ ਜੀ, ਵਿੱਚ ਨਾ ਬੋਲੋ ਮਿੱਤਲ ਸਾਹਿਬ, ਮੈਂ ਬੋਲਿਆ ਵਿੱਚ। ਮਿੱਤਲ ਸਾਹਿਬ ਇਹਨਾਂ ਨੂੰ ਚੁੱਪ ਕਰਾਓਗੇ, ਸਿੱਧੂ ਸਾਹਿਬ ਚੁੱਪ ਕਰਾਓਗੇ। ਸਤਿੰਦਰ ਜੈਨ ਜਿਹੜਾ ਮਸਾਜਾ ਕਰਾ ਰਿਹਾ ਨਾ, ਉਹ ਸਾਰਾ ਹਲਕਾ ਉਹਦਾ ਹਾਰ ਗਿਆ। ਸਿਸੋਦੀਆ ਦਾ ਸਾਰਾ ਹਲਕਾ ਹਾਰ ਗਿਆ। ਈਸਟ ਦਿੱਲੀ ਅਸੀਂ ਜਿੱਤ ਗਏ ਆ, ਸਾਊਥ ਦਿੱਲੀ ਜਿੱਤ ਗਿਆ। ਉੱਥੇ ਕਿੱਦਾਂ ਸਾਨੂੰ ਫਿਰ ਜਿੱਤ ਮਿਲ ਗਈ? ਐਵੇਂ ਨਾ ਝੂਠ ਬੋਲੋ। ਮਿੱਤਲ ਜੀ ਜਵਾਬ ਦੇਣਾ ਚਾਹੁੰਦੇ ਆ, ਹਾਰੀ ਹੈ ਕਾਂਗਰਸ, ਹਾਰੀ ਹੈ ਸਿੱਧੂ ਸਾਹਿਬ, ਕਾਂਗਰਸ ਹਾਰੀ ਹੈ, ਜਿਹੜਾ ਵੱਡੀ ਗੱਲ ਹੈ। ਸਿੱਧੂ ਸਾਹਿਬ ਤੁਹਾਡੀ ਕੇਂਦਰ ਦੀ ਸਰਕਾਰ ਮਿਲੇਨੀਅਮ ਟਰੰਪ ਨੂੰ ਜਿਹੜੇ ਦਿੱਲੀ ਸਰਕਾਰ ਦੇ ਸਕੂਲ ਸੀ ਉਹਨਾਂ ਦੇ ਵਿੱਚ ਕਿਉਂ ਵਿਜ਼ਿਟ ਕਰਾਇਆ? ਉਹਨਾਂ ਦਾ ਕਿਉਂ ਤਾਲਾ ਖਲਵਾਇਆ ਛੁੱਟੀ ਵਾਲੇ ਦਿਨ? ਉੱਥੇ ਕਿਉਂ ਉਹਨਾਂ ਨੂੰ ਸਕੂਲ ਚੈੱਕ ਕਰਵਾਇਆ? ਤੁਸੀਂ ਕਿਉਂ ਨਾ ਐਮਸੀਡੀ ਸਕੂਲਾਂ ਦੇ ਵਿੱਚ ਲੈ ਕੇ ਗਏ? ਤੁਸੀਂ ਮਿੱਤਲ ਸਾਹਿਬ ਲੱਗਦਾ ਸਕੂਲ ਐਮਸੀਡੀ ਦੇ ਦੇਖੇ ਨਹੀਂ ਗਏ। ਐਮਸੀਡੀ ਸਕੂਲਾਂ 'ਚ ਲੈ ਕੇ ਜਾਂਦੇ ਨਾ, ਦਿੱਲੀ ਸਰਕਾਰ ਨੂੰ ਕਿਉਂ ਅਪਰੋਚ ਕੀਤਾ ਤੁਸੀਂ? ਇਸੇ ਕਰਕੇ ਜਿੰਨਾ ਮਿੱਤਲ ਸਾਹਿਬ ਤੁਸੀਂ ਝੂਠ ਬੋਲਦੇ ਹੋ, ਲੋਕ ਦੇਖ ਰਹੇ ਆ। ਗੋਸ਼ਾ ਜੀ ਜਵਾਬ ਦੇ ਰਿਹਾ ਤੁਹਾਡੀ ਗੱਲ ਦਾ। ਗੋਸ਼ਾ ਜੀ ਪਾਰਟੀ ਕੀ ਝੂਠ ਬੋਲਦੀ ਹੈ? ਉਸ ਮਾਡਲ ਦੀ ਤਾਰੀਫ ਕਰ ਰਹੇ ਆ। ਅੱਜ ਤਾਂ ਦਿਖ ਰਿਹਾ ਜੋ ਤੁਸੀਂ ਕਰ ਰਹੇ ਹੋ, ਸਾਰਾ ਦਿਖ ਰਿਹਾ, ਸਾਰੇ ਲੋਕ ਨੋਟ ਕਰ ਰਹੇ। ਤੁਸੀਂ ਤਾਂ ਉਹਨੂੰ ਵੀ ਗੋਲਡੀ ਬਰਾੜ ਨੂੰ ਵੀ ਲਿਆਏ ਸੀ ਫੜ ਕੇ, ਉਹ ਸੀਐਮ ਸਾਹਿਬ ਦਾ ਬਿਆਨ ਤੇ ਕਿਉਂ ਨਹੀਂ ਬੋਲਦੇ? ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ। ਤੁਸੀਂ ਦਾਊਦ ਇਬਰਾਹਿਮ ਨੂੰ ਲੈ ਕੇ ਆਏ, ਤੁਸੀਂ ਦਾਊਦ ਇਬਰਾਹਿਮ ਨੂੰ ਲੈ, ਤੁਹਾਨੂੰ 2014 ਦਾ ਤੁਸੀਂ ਸੈਂਟਰ ਗਵਰਨਮੈਂਟ ਦੇ ਵਿੱਚ ਬੈਠੇ ਹੋ, ਤੁਸੀਂ ਦਾਊਦ ਇਬਰਾਹਿਮ ਦਾ ਕੀ ਕੀਤਾ? ਉਹ ਤੁਸੀਂ ਸ਼ਰਮ ਆਣੀ ਗੱਲ ਤੁਸੀਂ ਟਵੀਟ ਕੀਤਾ। ਤੁਸੀਂ ਲੋਕਾਂ ਨੂੰ ਵੋਟਾਂ ਲੈਣੀਆਂ ਦਾਊਦ ਇਬਰਾਹਿਮ ਦੇ ਨਾਮ ਤੇ ਕਿ ਅਸੀਂ ਦਾਊਦ ਇਬਰਾਹਿਮ ਨੂੰ ਫੜਾਂਗੇ, ਅਸੀਂ ਕਲਾਤਾਂ ਲੈ ਕੇ ਆਵਾਂਗੇ, ਅਸੀਂ ਵਿਦੇਸ਼ਾਂ ਦੇ ਵਿੱਚ ਇਹ ਕਰ ਦਿਆਂਗੇ। ਸਿੱਧੂ ਸਾਹਿਬ ਬਸ਼ਰਮਾ ਦੀ ਦਾਲ ਡੁੱਲ ਗਈ, ਚੱਟ ਖਾਂਦੇ ਵਾਲਾ ਕੰਮ ਹੈ ਇਹਨਾਂ ਦਾ। ਜਦ ਟਵੀਟ ਕਰਤਾ, ਨਹੀਂ ਸੀਐਮ ਸਾਹਿਬ ਨੇ ਟਵੀਟ ਕਰਤਾ, ਉਹ ਬੋਲਣ ਉਹ ਯਾਰ ਹਾਂ ਗੱਲ ਜੱਚਦੀ ਹੈ। ਤੁਹਾਡੇ ਸੀਐਮ ਸਾਹਿਬ ਨੇ ਟਵੀਟ ਕਰਤਾ, ਉਹਦੇ ਬਾਰੇ ਕਿਉਂ ਨਹੀਂ ਬੋਲਦੇ? ਝੂਠ ਬੋਲੇ ਨਹੀਂ ਤੁਸੀਂ ਦਾਊਦ ਇਬਰਾਹਿਮ ਦਾ ਕੀ ਕੀਤਾ?
ਤੁਸੀਂ ਤਾਂ ਕਹਿੰਦੇ 86% ਕਹਿੰਦਾ ਫਰੀ ਕਰਤਾ, ਜਿੰਨਾ ਝੂਠ ਕੀ ਕੀਤਾ ਹੱਲ ਅੱਜ ਦੇ ਤੁਸੀਂ ਦਾਊਦ ਇਬਰਾਹਿਮ ਤੁਹਾਡਾ tweet ਕੀਤਾ ਸਾਰੇ ਦਾਊਦ ਇਬਰਾਹਿਮ ਦਾ ਕੀ ਕੀਤਾ ਸੀ, ਉਹਦਾ ਜਵਾਬ ਦਿਓ ਤੁਸੀਂ। ਅੱਜ ਤਾਂ ਕਾਲੇ ਤਾਂ ਨਾਲੇ ਸਤਿੰਦਰ ਜੈਨ ਵਰਗੇ ਅੰਦਰ ਸਿੱਟੇ ਨਹੀਂ, ਅੱਜ ਤਾਂ ਸਾਰੇ ਸਿੱਟਾਂਗੇ। ਸਿੱਟਾ ਹੀ ਹੈ, ਪੇਪਰ ਲੀਕ ਕਰੋ, ਪਨਾਮਾ ਪੇਪਰ ਦੀ ਲਿਸਟ ਜਾਰੀ ਕਰੋ, ਪਨਾਮਾ ਪੇਪਰ ਦੇ ਕਿਹਦਾ ਨਾਮ ਆ ਰਿਹਾ, ਉਹ ਕਿਉਂ ਦੱਬਿਆ ਤੁਸੀਂ? ਇਹ ਵੀ ਕਾਲੇ ਤਾਂ ਨਾਲ ਹੀ ਹੈ ਸਤਿੰਦਰ ਜੈਨ ਤੁਹਾਡੇ ਤੇ ਪੰਜਾਬ ਦੇ ਕਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦਾ ਨਾਮ ਆ ਰਿਹਾ, ਪਨਾਮਾ ਪੇਪਰ ਦੇ ਉੱਤੇ ਕਿਉਂ ਨਹੀਂ ਕਾਰਵਾਈ ਕਰ ਰਹੇ? ਮਾਰਦੇ ਆ ਸਿੱਧੂ ਸਾਹਿਬ, ਪੇਪਰ ਦੇ ਉੱਪਰ ਕਿਉਂ ਨਹੀਂ ਕਾਰਵਾਈ ਕਰ ਰਹੇ? ਇਹਨਾਂ ਨੇ ਖੁਦ ਟਵੀਟ ਕਰਤੀ ਕਿ ਗੋਲਡੀ ਬਰਾੜ ਨੂੰ ਅਸੀਂ ਫੜ ਕੇ ਲਿਆ ਰਹੇ ਹਾਂ। ਦੱਸੋ ਇਹ ਕਿੰਨੇ ਤੱਥ ਦਿੱਤੇ ਸੀਗੇ, ਝੂਠ ਦੀ ਤੇ ਕੀ ਸੀਗਾ? ਗੋਲਡੀ ਬਰਾੜ ਦਾ ਮੁੱਦਾ ਹੀ ਵੱਡਾ ਮੁੱਦਾ ਹੈ, ਉਸ ਮੁੱਦੇ ਤੇ ਆਪਾਂ ਚਰਚਾ ਕਿਸੇ ਵੇਲੇ ਆਵਾਂਗੇ। ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ, ਗੁੱਸੇ ਤੁਹਾਡੀ ਗੱਲ ਵੀ ਆ ਗਈ ਹੈ, ਮਿੱਤਲ ਸਾਹਿਬ ਤੁਹਾਡੀ ਗੱਲ ਵੀ ਆ ਗਈ ਹੈ, ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਹੈ ਕਮਰ ਹਾਫਿਜ਼ ਜੀ। ਜਦੋਂ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ, ਦੋਨਾਂ ਤਰ੍ਹਾਂ ਦੇ ਆਪਣੋ ਆਪਣੇ ਦਾਅਵੇ ਹੈ। ਆਪ ਵਾਲੇ ਕਹਿੰਦੇ ਕਿ ਜੇ ਅਸੀਂ ਉੱਥੇ ਵਿਕਾਸ ਕਰਿਆ, ਸਕੂਲਾਂ ਦੀ ਗੱਲ ਕੀਤੀ ਹੈ, ਸਿਹਤ ਸਹੂਲਤਾਂ ਦੀ ਗੱਲ ਕੀਤੀ ਹੈ, ਤਾਂ ਹੀ ਲੋਕਾਂ ਨੇ ਸਾਨੂੰ ਐਡਾ ਵੱਡਾ ਫਤਵਾ ਦਿੱਤਾ ਹੈ। ਔਰ ਗੋਸ਼ਾ ਜੀ ਦਾ ਦਾਅਵਾ ਹੈ ਕਿ ਝੂਠ ਦਾ ਪਲੰਦਾ ਹੈ, ਇੱਕ ਵਾਰ ਜ਼ਰੂਰ ਜਿਹੜਾ ਆ ਗਿਆ ਪਰ ਬਾਰ-ਬਾਰ ਨਹੀਂ ਇਦਾਂ ਹੋਏਗਾ। ਦੇਖੋ ਸਿੱਧੂ ਸਾਹਿਬ, ਗੱਲ ਇਹ ਹੈ, ਜਿਸ ਤੱਕ ਤਾਂ ਗੱਲ ਇਹਨਾਂ ਨੇ ਕੀਤੀ ਹੈ ਸਕੂਲਾਂ ਦੀ, ਤੇ ਸਕੂਲ ਤਾਂ ਨੈਸ਼ਨਲ ਸਰਵੇ ਦੇ ਵਿੱਚ ਪੰਜਾਬ ਦੇ ਸਕੂਲ 1 ਨੰਬਰ ਤੇ ਆਏ ਨੇ। ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਪੰਜਾਬ ਦੇ ਸਕੂਲਾਂ ਦਾ ਜਿਹੜਾ ਸਟੈਂਡਰਡ ਬਹੁਤ ਅਪਗ੍ਰੇਡ ਹੋਇਆ। ਇਸੇ ਕਰਕੇ ਇਹ ਨੈਸ਼ਨਲ ਸਰਵੇ ਦੀ ਰਿਪੋਰਟ ਹੈ, ਕਾਂਗਰਸ ਪਾਰਟੀ ਦੀ ਆਪਣੀ ਕੋਈ ਇੰਟਰਨਲ ਰਿਪੋਰਟ ਨਹੀਂ ਹੈ। ਔਰ ਦੂਸਰੀ ਗੱਲ, ਜਿਹੜੇ ਗੱਲ ਕਰੀਏ ਆਪਾਂ ਮੁਹੱਲਾ ਕਲੀਨਿਕਾਂ ਦੀਆਂ ਗੱਲਾਂ ਕਰਦੇ ਆ, ਮੁਹੱਲਾ ਕਲੀਨਿਕ ਇਹਨਾਂ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚੋਂ ਲਿਆ ਕੇ ਡਾਕਟਰ ਮੁਹੱਲਾ ਕਲੀਨਿਕਾਂ 'ਚ ਬਿਠਾਤੇ ਤੇ ਹਸਪਤਾਲ ਖਾਲੀ ਹੋ ਗਏ। ਹੁਣ ਇਹਦੇ ਨਾਲ ਕੀ ਮਤਲਬ ਸਟੈਂਡਰਡ ਅਪਗ੍ਰੇਡ ਹੋ ਗਿਆ? ਇਹ ਦੱਸਣ ਕਿੰਨੇ ਡਾਕਟਰ ਅਪੁਆਇੰਟ ਕੀਤੇ ਪਿਛਲੇ 8-9 ਸਾਲ ਦੀ ਇਹਨਾਂ ਦੀ ਸਰਕਾਰ ਹੈ। ਇੱਕ ਡਾਕਟਰ ਦੱਸ ਦੇਣ ਜੇ ਇਹਨਾਂ ਨੇ ਅਪੁਆਇੰਟ ਕੀਤਾ ਤਾਂ। ਮੈਂ ਇਹੀ ਕਹਿਣਾ ਚਾਹੁੰਦਾ, ਮੁਹੱਲਾ ਕਲੀਨਿਕਾਂ ਦੀਆਂ ਕੰਧਾਂ ਇਲਾਜ ਨਹੀਂ ਕਰਦੀਆਂ, ਉੱਥੇ ਡਾਕਟਰ ਇਲਾਜ ਕਰਦੇ ਆ। ਤੇ ਜੇ ਉਹੀ ਡਾਕਟਰ ਤੁਸੀਂ ਹਸਪਤਾਲਾਂ 'ਚੋਂ ਉਠਾ ਕੇ ਮੁਹੱਲਾ ਕਲੀਨਿਕਾਂ 'ਚ ਬਿਠਾਤੇ ਤੇ ਫਿਰ ਤੁਸੀਂ ਕੁਝ ਕੀਤਾ ਕੀ, ਲਿਆਂਦਾ ਕੀ, ਨਵਾਂ ਕੀ ਕੀਤਾ? ਦੇਖੋ ਨਾ, ਉਹੀ ਡਾਕਟਰ ਹਸਪਤਾਲ 'ਚ ਬੈਠੇ ਸੀ, ਉਹੀ ਮੁਹੱਲਾ ਕਲੀਨਿਕਾਂ 'ਚ ਬੈਠ ਗਏ। ਔਰ ਮੁਹੱਲਾ ਕਲੀਨਿਕਾਂ ਦੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਕਰਪਸ਼ਨ ਇਹਨਾਂ ਦੀ ਬੜੇ ਵੱਡੇ ਪੱਧਰ 'ਤੇ ਨਿਕਲਣੀ ਹੈ। ਕਿਉਂਕਿ ਮੁਹੱਲਾ ਕਲੀਨਿਕਾਂ ਦੀ ਜਿਹੜੀ ਇਹਨਾਂ ਨੇ ਜਿਹੜੇ ਬਣਾਏ ਨੇ ਨਾ ਮੁਹੱਲਾ ਕਲੀਨਿਕ, ਉਹ ਆਪਣੇ ਪਾਰਟੀ ਦੇ ਵਰਕਰਾਂ ਦੇ, ਕਿਸੇ ਦੀ ਦੁਕਾਨ ਕਿਰਾਏ 'ਤੇ ਲੈ ਲਈ, ਕਿਸੇ ਦਾ ਮਕਾਨ ਕਿਰਾਏ 'ਤੇ ਲੈ ਲਿਆ, ਉਹਨਾਂ ਨੂੰ ਮਾਰਕੀਟ ਨਾਲੋਂ 4-4 ਗੁਣੇ ਕਿਰਾਏ ਦਿੱਤੇ ਜਾ ਰਹੇ ਨੇ ਸਰਕਾਰ ਦੇ ਪੈਸੇ ਤੋਂ। ਮੈਂ ਤਾਂ ਇਹ ਦੱਸਣਾ ਚਾਹ ਰਿਹਾ ਕਿ ਜਿਹੜੀ ਸ਼ੀਲਾ ਦੀਕਸ਼ਿਤ ਜੀ ਦੀ ਸਰਕਾਰ ਸਮੇਂ ਜੋ ਇਨਫਰਾਸਟ੍ਰਕਚਰ ਬਿਲਟਅਪ ਹੋਇਆ ਸੀਗਾ, ਤੇ ਇਹ ਜਿਹੜੀ ਇਹ ਸਕੀਮ ਜਿਹੜੀਆਂ ਇਹ ਨੈਕਸਟ ਇਸ ਤੋਂ ਬਾਅਦ ਜਿਹੜਾ ਬਿਜਲੀ ਜਾਂ ਪਾਣੀ ਦੇ ਬਾਰੇ 'ਚ ਜਾਂ ਹੋਰ ਕੰਮ, ਇਹ ਸ਼ੀਲਾ ਦੀਕਸ਼ਿਤ ਦਾ ਹੀ ਪਲਾਨ ਸੀ। ਕਿਉਂਕਿ ਉਹਨਾਂ ਨੇ ਜਿਸ ਸਮੇਂ ਦੇ ਵਿੱਚ ਜਿਸ ਕੰਮ ਦੀ ਲੋੜ ਸੀ, ਪ੍ਰਾਇਰਟੀ ਇਸ ਕੰਮ ਦੀ ਸੀ, ਸੜਕਾਂ ਦੀ, ਫਲਾਈਓਵਰਸ ਦੀ, ਇਨਫਰਾਸਟ੍ਰਕਚਰ ਦੀ, ਉਹਨਾਂ ਨੇ ਪਹਿਲਾਂ ਉਹ ਕੀਤਾ। ਤੇ ਉਹ ਤੁਹਾਡਾ ਵਿਊ ਪੁਆਇੰਟ ਆ ਗਿਆ। ਇੱਕ ਮਿੰਟ ਮੈਂ ਆਪਣੀ ਗੱਲ ਕੰਪਲੀਟ ਕਰ ਲਾਂ। ਬੇਨਤੀ ਇਹ ਹੈ ਕਿ ਇਹ ਹੁਣ ਗੱਲ ਹੀ ਹੋਰ ਪਾਸੇ ਚੱਲ ਪਏ, ਕਦੇ ਗੋਲਡੀ ਬਰਾੜ ਦੀਆਂ ਗੱਲਾਂ ਕਰਨ ਲੱਗ, ਕਦੇ ਪਨਾਮਾ ਪੇਪਰ ਦੀ। ਅਸਲ ਦੇ ਵਿੱਚ ਇਹ ਕੰਮ ਕੋਈ ਗਿਣਾ ਨਹੀਂ ਸਕੇ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਇੱਥੇ ਡਿਬੇਟ ਦੇ ਵਿੱਚ ਬੈਠ ਕੇ ਡਿਬੇਟ ਦਾ ਟਾਈਮ ਆਪਾਂ ਮਿੱਤਲ ਸਾਹਿਬ ਤੋਂ ਜਵਾਬ ਲੈਣੇ ਆ। ਮਿੱਤਲ ਸਾਹਿਬ, ਜਿਸ ਮੁੱਦੇ ਤੇ ਕਮਰ ਹਾਫਿਜ਼ ਦੀ ਗੱਲ ਕੀਤੀ ਜਾ ਰਹੀ ਹੈ, ਉਹਨਾਂ ਦਾ ਕਹਿਣਾ ਕਿ ਤੁਸੀਂ ਸਹੀ ਮੁੱਦਿਆਂ ਦੀ ਥਾਂ ਡਿਬੇਟ ਨੂੰ ਵੀ ਮਿਸਲੀਡ ਕਰ ਰਹੇ ਹੋ, ਪਰ ਉਹਨਾਂ ਦਾ ਕਹਿਣਾ ਕਿ ਤੁਸੀਂ ਦਿੱਲੀ ਦੇ ਵਿੱਚ ਕੀਤਾ ਕੁਝ ਨਹੀਂ ਆ, ਪੁਰਾਣੀਆਂ ਗੱਲਾਂ ਉਹਨਾਂ ਦੀ ਲਿਪਾ ਪੁੱਛੀ ਕੀਤੀ ਹੈ। ਗੱਲ ਇਹ ਆ ਸਿੱਧੂ ਸਾਹਿਬ, ਇਹ ਦੇਖੋ ਕਹਿਣ ਨੂੰ ਤਾਂ ਇਹ ਸ਼ੀਲਾ ਦੀਕਸ਼ਿਤ ਦੇ ਗੁਣ ਗਾਈ ਜਾਂਦੇ ਆ, ਚਲੋ ਇਹਨਾਂ ਦਾ ਫਰਜ਼ ਬਣਦਾ, ਇਹਨਾਂ ਦੇ ਲੀਡਰ ਸੀਗੇ, ਕਰ ਲੈਣ, ਠੀਕ ਹੈ, ਭਗਤੀ ਕਰਨੀਆਂ ਕਰੀ ਜਾਣ। ਪਰ ਜਿੱਥੇ ਤੱਕ ਜਿਹੜੀ ਸੱਚਾਈ ਆ, ਉਹ ਸੱਚਾਈ ਇਹ ਆ ਕਿ ਚਾਹੇ ਦਿੱਲੀ ਮਾਡਲ ਦੀ ਗੱਲ ਕਰੀਏ, ਚਾਹੇ ਅੱਜ ਪੰਜਾਬ ਦੇ ਮੁਹੱਲਾ ਕਲੀਨਿਕਾਂ ਦੀ ਗੱਲ ਕਰੀਏ, ਤੇ ਪੂਰਾ ਸਕਸੈਸਫੁਲ ਮਾਡਲ ਹੈਗਾ। ਅੱਜ ਪੰਜਾਬ ਦੇ ਅੰਦਰ ਇੱਕ ਮੁਹੱਲਾ ਕਲੀਨਿਕ ਦੀ ਜਿਹੜੀ ਹੈਗੀ ਆ, OPD 200 ਪੇਸ਼ੈਂਟ ਦੀ ਹੈਗੀ ਆ। 200 ਪੇਸ਼ੈਂਟ ਇੱਕ ਮੁਹੱਲਾ ਕਲੀਨਿਕ ਦੇ ਵਿੱਚ ਆਉਣਾ ਇੱਕ ਬਹੁਤ ਵੱਡੀ ਅਚੀਵਮੈਂਟ ਹੈਗੀ ਆ। ਦੂਜੀ ਗੱਲ ਜਿਹੜੀ ਇਹ ਗੱਲ ਕਰ ਰਹੇ ਆ, ਦੂਜੀ ਬਿਜਲੀ ਦੀ ਗੱਲ ਕਰ ਰਹੇ ਸ਼ੀਲਾ ਦੀਕਸ਼ਿਤ ਦੇ ਟਾਈਮ ਦੇ ਵਿੱਚ ਤੁਹਾਨੂੰ ਵੀ ਯਾਦ ਹੋਣਾ ਕਿ ਹਰ ਸਾਲ ਗਰਮੀਆਂ ਦੇ ਵਿੱਚ ਰੇਟ ਵਧਾਏ ਜਾਂਦੇ ਸੀ ਬਕਾਇਦਾ ਤੌਰ ਤੇ, ਔਰ ਕਈ ਕਿਹਾ ਜਾਂਦਾ ਸੀਗਾ ਕਿ ਬਿਜਲੀ ਕੰਪਨੀਆਂ ਘੱਟ ਦੇ ਵਿੱਚ ਚੱਲ ਰਹੀਆਂ ਨੇ। ਇਹ ਸ਼ੀਲਾ ਦੀਕਸ਼ਿਤ ਦੇ ਟਾਈਮ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਕਹਿੰਦੇ ਬਿਜਲੀ ਪਾਣੀ ਤੇ ਕੰਮ ਹੋਇਆ, ਇਹ ਤਾਂ ਕੰਮ ਹੋਇਆ। ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ 8 ਸਾਲ ਹੋ ਗਏ ਨੇ ਦਿੱਲੀ ਦੇ ਵਿੱਚ ਬਣੀ ਨੂੰ, ਤੇ ਇੱਕ ਵਾਰ ਵੀ ਰੇਟ ਨਹੀਂ ਵਧਿਆ, ਇੱਕ ਵਾਰ ਵੀ। ਬਲਕਿ ਬਿਜਲੀ ਕੰਪਨੀ ਦਾ ਆਡਿਟ ਕਰਾਇਆ, ਜਦੋਂ ਆਡਿਟ ਕਰਾਇਆ ਤੇ 8000 ਕਰੋੜ ਰੁਪਏ ਸਰਪਲਸ ਚੱਲ ਰਹੀਆਂ ਨੇ ਬਿਜਲੀ ਕੰਪਨੀਆਂ। ਉਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਸਟੇ ਲੈ ਲਿਆ, ਪਰ ਇਹ ਤਾਂ ਇਹਨਾਂ ਨੇ ਤਾਂ ਆਡਿਟ ਨਹੀਂ ਕਰਾਇਆ, ਇਹ ਤਾਂ ਕੰਪਨੀ ਦਾ ਫੇਵਰ 'ਚ ਭੁਗਤਦੇ ਸੀਗੇ। ਆਮ ਆਦਮੀ ਪਾਰਟੀ ਦੀ ਸਰਕਾਰ ਆਮ ਜਨਤਾ ਦੇ ਹੱਕ ਦੇ ਵਿੱਚ ਭੁਗਤੀ ਆ, ਉਹਨਾਂ ਨੂੰ ਬਿਜਲੀ ਫ੍ਰੀ ਦਿੱਤੀ ਆ, ਜ਼ੀਰੋ ਬਿੱਲ। ਅੱਜ ਦਿੱਲੀ ਵਿੱਚ ਵੈਸੇ ਨਹੀਂ ਆ ਰਹੇ, ਅਰਵਿੰਦ ਕੇਜਰੀਵਾਲ ਕਰਕੇ ਆ ਰਹੇ ਨੇ ਜ਼ੀਰੋ ਬਿੱਲ। ਇਹ ਝੂਠ ਦਾ ਪਲੰਦਾ ਜਿਹੜਾ ਕਾਂਗਰਸ ਵਾਲੇ ਇੱਥੇ ਬੋਲ ਰਹੇ ਆ, ਇਹ ਝੂਠ ਦਾ ਪਲੰਦਾ ਇਹਨਾਂ ਦਾ ਨਕਾਰਿਆ। ਤੁਹਾਡਾ ਵਿਊ ਪੁਆਇੰਟ ਆ ਗਿਆ, ਪਹਿਲਾਂ ਹੀ ਆ ਗਿਆ, ਇਹਨਾਂ ਦੀਆਂ ਤੁਹਾਡਾ ਵਿਊ ਪੁਆਇੰਟ ਆ ਗਿਆ।
ਕਮਰਾ ਜੀ ਤੁਸੀਂ ਇਸ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਹੋ ਸੰਖੇਪ ਦੇ ਵਿੱਚ, ਕਿਉਂਕਿ ਮੈਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈਣੇ। ਦੇਖੋ, ਦਿੱਲੀ ਦੇ ਇਹ ਮਹੱਲਾ ਕਲੀਨਿਕਾਂ ਦੀ ਮੈਂ ਗੱਲ ਦੱਸਦੀ ਹੈ ਵੀ ਸਰਕਾਰੀ ਹਸਪਤਾਲਾਂ 'ਚੋਂ ਡਾਕਟਰ ਲਿਆ ਕੇ ਮਹੱਲਾ ਕਲੀਨਿਕਾਂ 'ਚ ਬਿਠਾ ਕੇ ਹਸਪਤਾਲ ਖਾਲੀ ਹੋ ਗਏ। ਉਹਦੇ ਬਾਰੇ ਇਹਨਾਂ ਤੋਂ ਕੋਈ ਜਵਾਬ ਨਹੀਂ ਆਇਆ। ਮੈਂ ਇਹਨਾਂ ਨੂੰ ਪੁੱਛਿਆ ਸੀ ਵੀ 8-9 ਸਾਲ ਦੇ ਵਿੱਚ ਕਿੰਨੇ ਡਾਕਟਰ ਅਪਾਇੰਟ ਕੀਤੇ, ਇੱਕ ਵੀ ਜਵਾਬ ਨਹੀਂ ਇਹਨਾਂ ਕੋਲ ਆਇਆ, ਕਿਉਂਕਿ ਇਹਨਾਂ ਨੇ ਕੀਤਾ ਹੀ ਨਹੀਂ। ਅਗਲੀ ਗੱਲ, ਹੁਣ ਜਿਹੜੀ ਪੰਜਾਬ ਦੀ ਮਹੱਲਾ ਕਲੀਨਿਕਾਂ ਦਾ ਰੌਲਾ ਪਾਉਂਦੇ ਆ, ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰੀ ਡਿਸਪੈਂਸਰੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਕਿ ਆਪਾਂ ਪੰਜਾਬ ਦੇ ਮਹੱਲਾ ਕਲੀਨਿਕਾਂ 'ਚ ਨਾ ਛੜੀਏ। ਨਹੀਂ, ਇਹਨਾਂ ਨੇ ਗੱਲ ਕੀਤੀ ਨਾ ਪੰਜਾਬ ਦੇ ਮਹੱਲਾ ਕਲੀਨਿਕਾਂ ਦਾ ਕ੍ਰੈਡਿਟ ਲੈਣ ਦਾ ਯਤਨ ਕੀਤਾ ਜਾ ਰਿਹਾ, ਤਾਂ ਮੈਂ ਦੱਸ ਦਿਆਂ 100 ਮਹੱਲਾ ਕਲੀਨਿਕ ਖੋਲਿਆ ਇਹਨਾਂ ਨੇ ਤੇ 250 ਜਿਹੜੀ ਆ 500 ਡਿਸਪੈਂਸਰੀ ਹੈ ਜਿਹੜੀ ਉਹ ਪੰਜਾਬ ਦੀ ਬੰਦ ਪਈ ਹੈ। ਇਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਜਿਹੜਾ 7000 ਰੁਪਏ ਮਹੀਨਾ ਹਰੇਕ ਡਿਸਪੈਂਸਰੀ ਨੂੰ ਮਿਲਦਾ ਸੀ, 1 ਰੁਪਿਆ ਡਿਸਪੈਂਸਰੀ ਆਪਣੀ ਡਿਬੇਟ ਜਿਹੜੀ ਹੈਗੀ ਹੋਰ ਪਾਸੇ ਨੂੰ ਚਲੀ ਜਾਏਗੀ। ਮਿੱਤਲ ਸਾਹਿਬ, ਮੈਂ ਤੁਹਾਡੇ ਤੋਂ ਇਕੱਠਾ ਹੀ ਜਵਾਬ ਲੈ ਲਾਂਗਾ, ਬਾਕੀ ਮਹਿਮਾਨਾਂ ਤੋਂ ਵੀ ਆਪਾਂ ਗੱਲ ਕਰ ਲਈਏ। ਪ੍ਰੀਤਮ ਰਪਾਲ ਸਾਡੇ ਨਾਲ ਸੀਨੀਅਰ ਜਰਨਲਿਸਟ ਹੈਗੇ ਇਸ ਮੁੱਦੇ ਤੇ, ਮੈਂ ਉਹਨਾਂ ਤੋਂ ਹੀ ਸਵਾਲ ਲੈਣਾ ਚਾਹਾਂਗਾ। ਪ੍ਰੀਤਮ ਰਪਾਲ, ਇੱਕ ਪੋਲੀਟੀਕਲ ਸਵਾਲ ਜਿਹੜਾ ਮਿੱਤਲ ਜੀ ਨੇ ਕੀਤਾ ਹੈ ਕਿ ਜਿਹੜੇ ਇਲੈਕਸ਼ਨ ਦੇ ਨਤੀਜੇ ਆਏ ਹੈ ਦਿੱਲੀ ਨਗਰ ਨਿਗਮ ਦੇ, ਕਿਤੇ ਇਹ ਵੀ ਇੰਡੀਕੇਟ ਕਰਦੇ ਹੈ ਕਿ ਜਿਹੜੀਆਂ 24 ਦੀਆਂ ਆ ਰਹੀਆਂ ਇਲੈਕਸ਼ਨਸ ਹੈਗੀਆਂ ਉਹ ਅਰਵਿੰਦ ਕੇਜਰੀਵਾਲ ਵਰਸਸ ਨਰਿੰਦਰ ਮੋਦੀ ਬਣ ਜਾ ਰਹੀਆਂ। ਬੜਾ ਵੱਡਾ ਪੋਲੀਟੀਕਲ ਸਵਾਲ ਹੈ, ਕਿਵੇਂ ਬੀਇੰਗ ਜਰਨਲਿਸਟ ਦੇਖਦੇ ਹੋ ਇਸ ਸਵਾਲ ਨੂੰ? ਦੇਖੋ ਸਿੱਧੂ ਸਾਹਿਬ, ਮੈਂ ਇੱਕ ਗੱਲ, ਕਿਉਂਕਿ ਕਮਰ ਹਰਪ੍ਰੀਤ ਹੋਰ ਵਾਰ-ਵਾਰ ਹੀ ਇਹ ਗੱਲ ਕਰ ਰਹੇ ਨੇ ਸ਼ੀਲਾ ਦੀਕਸ਼ਿਤ ਜੀ, ਮੈਂ ਲੰਬਾ ਸਮਾਂ ਦਿੱਲੀ ਰਿਹਾ ਤੇ ਇੱਕ ਤਾਂ ਇਹ ਵੀ ਥੋੜਾ ਜਿਹਾ ਦਿੱਲੀ ਬਾਰੇ ਨਾ ਸਾਡਾ ਜਿਹੜਾ ਇੱਕ ਅਸੀਂ ਇੱਕ ਭੁਲੇਖਾ ਪਾਲੀ ਬੈਠੇ ਜਾਂ ਹੋਰ ਦਿੱਲੀ ਦੇ ਅਜੇ ਵੀ ਜਿਹੜੀ ਦਿੱਲੀ ਦੀ ਸਰਕਾਰ ਹੈ ਨਾ ਜਾਂ ਦਿੱਲੀ ਸਟੇਟ ਹੈ ਉਹ ਫੁੱਲ ਫਲੈਸ਼ਡ ਉਹਦੇ ਕੋਲ ਅਧਿਕਾਰ ਨਹੀਂ ਹੈ। ਤੇ ਜਦੋਂ ਸ਼ੀਲਾ ਜੀ ਆਏ ਨੇ ਉਦੋਂ ਨਵੀਂ ਦੁਬਾਰਾ ਯੂਟੀ ਤੋਂ ਦੁਬਾਰਾ ਫਿਰ ਉੱਥੇ ਜਿਹੜੀ ਹੈ ਵਿਧਾਨ ਸਭਾ ਬਹਾਲ ਕੀਤੀ ਗਈ ਸੀ, ਕਿਉਂਕਿ ਪਹਿਲਾਂ ਉੱਥੇ ਵਿਧਾਨ ਸਭਾ ਖਤਮ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਉੱਪਰ ਥਲੀ ਜਿਹੜੀਆਂ ਸਰਕਾਰਾਂ ਬਣੀਆਂ, ਨੋ ਡਾਊਟ ਸ਼ੀਲਾ ਦੀਕਸ਼ਿਤ ਜੀ ਨੇ ਉੱਥੇ ਕੰਮ ਕੀਤੇ ਜਾਂ ਹੋਰ ਸਾਰਾ ਕੁਝ, ਇਹਦੇ 'ਚ ਕੋਈ ਦੋ ਰਾਮਾ ਨਹੀਂ। ਤੇ ਪਰ ਉੱਥੇ ਉਦੋਂ ਬੀਜੇਪੀ ਦੀ ਅਗਵਾਈ ਵਾਲੀਆਂ ਸਰਕਾਰਾਂ ਬਣੀਆਂ, ਉਹਨਾਂ ਨੇ ਵੀ ਕੰਮ ਕੀਤੇ। ਇਹ ਨਹੀਂ ਗੱਲ ਕਿ ਉੱਥੇ ਸਾਹਿਬ ਸਿੰਘ ਵਰਮਾ ਹੋਰਾਂ ਦੀ ਸਰਕਾਰ ਨੇ ਉੱਥੇ ਕੰਮ ਨਹੀਂ ਕੀਤਾ ਜਾਂ ਖੁਰਾਣਾ ਹੋਰਾਂ ਦੀ ਸਰਕਾਰ ਨੇ ਕੰਮ ਨਹੀਂ ਕੀਤਾ ਤੇ ਜਾਂ ਥੋੜ੍ਹਾ ਚਿਰ ਸਾਡੇ ਇਹ ਮੈਡਮ ਜਿਹੜੇ ਬਾਅਦ ਦੇ ਵਿੱਚ ਸਾਡੇ ਕੇਂਦਰ ਦੇ ਵਿੱਚ ਮੰਤਰੀ ਰਹੇ ਸੁਸ਼ਮਾ ਸਵਰਾਜ ਹੋਰੇ, ਉਹਨਾਂ ਨੇ ਕੰਮ ਨਹੀਂ ਕੀਤਾ। ਦੇਖੋ, ਜਿੰਨਾ ਕੰਮ ਕਿਸੇ ਇੱਕ ਸਟੇਟ ਇੱਕ ਆਪਣਾ ਪ੍ਰੈਸ਼ਰ ਹੁੰਦਾ ਉਸ ਸਟੇਟ ਦਾ ਡਿਵੈਲਪਮੈਂਟ ਦਾ ਜਾਂ ਕੰਮ ਦਾ, ਤੇ ਅਸੀਂ ਜਦੋਂ ਖਾਮ ਖਾਏ ਕ੍ਰੈਡਿਟ ਇੱਕ ਬੰਦੇ ਨੂੰ ਦੇਣ ਦੀ ਜਾਂ ਇੱਕ ਪਾਰਟੀ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਨਾ, ਤੇ ਉਦੋਂ ਜਿਹੜਾ ਹੈ ਉਹ ਥੋੜਾ ਜਿਹੀ ਗੱਲ ਜਿਹੜੀ ਹੋਰ ਪਾਸੇ ਨੂੰ ਉਹ ਚਲੀ ਜਾਂਦੀ ਹੈ। ਦੇਖੋ, ਜਿੱਦਾਂ ਮੈਟਰੋ ਦਾ ਬਹੁਤ ਵੱਡਾ ਪ੍ਰੋਜੈਕਟ ਸੀ, ਉਹ ਅਰਵਿੰਦ ਹੋਰਾਂ ਦੀ ਕੇਜਰੀਵਾਲ ਹੋਰਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ। ਤੇ ਇਹ ਹੁਣ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੂੰ ਜੇ ਅਸੀਂ ਇੱਕ ਗੱਲ ਨੂੰ ਲੈ ਕੇ ਕਰਾਂਗੇ, ਸ਼ੀਲਾ ਦੀਕਸ਼ਿਤ ਦੀ ਸਰਕਾਰ ਜਦੋਂ ਹਾਰੀ ਸੀ ਉਹ ਸਿਰਫ ਪਿਆਜ਼ ਕਰਕੇ ਹਾਰ ਗਈ ਸੀ। ਇਹ ਵੀ ਕਮਰ ਹੋਰਾਂ ਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ। ਇਲੈਕਸ਼ਨ 'ਚ ਕੋਈ ਮੁੱਦਾ ਵੱਡਾ ਮੁੱਦਾ ਹੁੰਦਾ ਉਹ ਮੁੱਦਾ ਹੀ ਰੋੜ ਕੇ ਲੈ ਜਾਂਦਾ। ਤੇ ਇਸ ਕਰਕੇ ਜਿਹੜੀ ਇੱਦਾਂ ਆਪਾਂ ਇਸ ਗੱਲ 'ਚ ਨਾ ਮੇਰਾ ਖਿਆਲ ਪਈਏ ਛੋਟੀ ਗੱਲ ਦੇ ਵਿੱਚ। ਦੇਖੋ, ਜਿਹੜੀ ਕਮਰ ਹੋਰਾਂ ਨੇ ਇੱਕ ਹੋਰ ਫੈਕਟ ਦਿੱਤਾ ਨਾ ਕਿ ਉੱਥੇ ਹਸਪਤਾਲ ਖਾਲੀ ਹੋ ਗਏ। ਦਿੱਲੀ ਦੇ ਵਿੱਚ ਹਸਪਤਾਲਾਂ ਦਾ ਉਵੇਂ ਇਨਫਰਾਸਟ੍ਰਕਚਰ ਨਹੀਂ ਹੈਗਾ ਸੀਗਾ ਪਹਿਲਾਂ, ਜਿਵੇਂ ਆਪਾਂ ਪੰਜਾਬ 'ਚ ਦੇਖਦੇ ਹਾਂ ਹੋਰ। ਜਿਹੜੇ ਉੱਥੇ ਇੱਕ ਵੱਡੇ ਹਸਪਤਾਲ ਨੇ, ਰਾਮ ਮਨੋਹਰ ਲੋਹੀਆ ਹਸਪਤਾਲ ਹੈ, ਉੱਥੇ ਏਮਜ਼ ਹੈ ਜਾਂ ਹੋਰ ਹੈ, ਉਹਨਾਂ ਦਾ ਇੱਕ ਆਪਣਾ ਸਿਸਟਮ ਹੈ, ਆਪਣਾ ਇਨਫਰਾਸਟ੍ਰਕਚਰ ਹੈ। ਤੇ ਉਹ ਇਹ ਵੀ ਸਿਰਫ ਇਹ ਕਹਿ ਦੇਣਾ ਵੀ ਉੱਥੋਂ ਡਾਕਟਰ ਚੁੱਕ ਕੇ ਉੱਥੇ ਲਾਤਾ, ਇਹ ਕਹਿਣਾ ਸੌਖਾ ਹੈ। ਇੱਦਾਂ ਨਹੀਂ ਹੋਇਆ ਹੁੰਦਾ ਜਦੋਂ ਕੀਤਾ। ਨੋ ਡਾਊਟ ਇੱਕ ਗੱਲ ਪੋਲੀਟੀਕਲ ਗੱਲ ਮੈਂ ਇੰਨੀ ਕਰਨਾ, ਜੇ ਉੱਥੇ ਆਮ ਆਦਮੀ ਪਾਰਟੀ ਨੇ ਕੋਈ ਕੰਮ ਕੀਤਾ ਤਾਂ ਹੀ ਉਹ ਦੁਬਾਰਾ ਇਲੈਕਸ਼ਨ ਦੇ ਵਿੱਚ ਆਈ ਹੈ। ਜੇ ਉਹਨੇ ਬਾਅਦ 'ਚ ਹੋਰ ਕੰਮ ਕੀਤੇ ਆ ਤਾਂ ਹੀ MCD ਦੇ ਵਿੱਚ ਜਿੱਤੀ ਆ। ਦੇਖੋ, ਸਾਨੂੰ ਇਹ ਨਹੀਂਗਾ, ਕਿਉਂਕਿ ਸਾਰੀਆਂ ਪਾਰਟੀਆਂ ਆਪਣੇ ਥਾਂ ਆਪਣੀ ਪੋਲੀਟੀਕਲ ਲਾਈਨ ਆਫ ਐਕਸ਼ਨ 'ਤੇ ਚੱਲਦੀਆਂ ਨੇ, ਨਾ ਮੇਰੇ ਕਹਿਣ 'ਤੇ ਚੱਲਣੀਆਂ ਨੇ, ਨਾ ਤੁਹਾਡੀ ਸਲਾਹ 'ਤੇ ਚੱਲਣੀਆਂ ਨੇ, ਤੇ ਨਾ ਹੋਰ ਹੈ। ਤੇ ਜਿਹੜੀ ਤੁਸੀਂ ਮੁੱਦਾ ਕਿਹਾ ਕਿ ਆਉਣ ਵਾਲੀ 24 ਦੀ ਇਲੈਕਸ਼ਨ ਜਿਹੜੀ ਆ ਸਿਰਫ ਤੇ ਸਿਰਫ ਮੋਦੀ ਵਰਸਸ ਜਿਹੜੀ ਹੈ ਆਪਣਾ ਕੇਜਰੀਵਾਲ ਹੋਏਗੀ, ਮੇਰਾ ਖਿਆਲ ਹੈ ਇਹ ਵੀ ਅਜੇ ਜਿਹੜੀ ਗੱਲ ਇਹ ਕਹਿਣੀ ਹੈ ਜੇ ਕੋਈ ਮੈਚਿਓਰਿਟੀ ਵਾਲੀ ਗੱਲ ਨਹੀਂ ਹੈ, ਕਿਉਂਕਿ ਤੁਸੀਂ ਕਾਂਗਰਸ ਨੂੰ ਇਸ ਦੇਸ਼ ਦੀ ਪੋਲਿਟਿਕਸ ਦੇ ਵਿੱਚੋਂ ਮਾਈਨਸ ਨਹੀਂ ਕਰ ਸਕਦੇ, ਕਿਸੇ ਵੀ ਸਟੇਜ ਤੇ ਨਹੀਂ ਕਰ ਸਕਦੇ। ਥੈਂਕ ਯੂ ਵੈਰੀ ਮਚ। ਗੁਸ਼ਾ ਜੀ, ਇਸੇ ਮੁੱਦੇ ਤੇ ਇੱਕ ਸਵਾਲ ਤੁਸੀਂ ਚਰਚਾ ਅੱਗੇ ਵੀ ਕੀਤੀ ਹੈ, ਪਰ ਸਪਸ਼ਟ ਸਵਾਲ ਮੈਂ ਲੈਣਾ ਚਾਹੁੰਦਾ, ਕਿਉਂਕਿ ਦਿੱਲੀ ਦੇ ਜਿਹੜੇ ਨਤੀਜੇ ਆਏ ਆ ਆਮ ਆਦਮੀ ਪਾਰਟੀ ਨੂੰ ਕਾਫੀ ਉਤਸ਼ਾਹ ਹੈ। ਕੱਲ੍ਹ ਦੇ ਨਤੀਜਿਆਂ ਦੀ ਆਪਾਂ ਗੱਲ ਫੇਰ ਵੀ ਕਰਾਂਗੇ। ਉਹਨਾਂ ਦਾ ਕਹਿਣਾ ਜਿਹੜਾ ਦੇਸ਼ ਦੇ ਅੰਦਰ ਇਸ ਵੇਲੇ ਸਥਿਤੀ ਜਿਹੜੀ ਹੈਗੀ ਆ ਕੇਜਰੀਵਾਲ ਵਰਸਸ ਮੋਦੀ ਬਣਦੀ ਜਾ ਰਹੀ ਹੈ, ਸਹਿਮਤ ਹੋ ਇਸ ਗੱਲ ਨਾਲ? ਨਹੀਂ ਸਿੱਧੂ ਸਾਹਿਬ, ਮੈਂ ਇਹਨਾਂ ਸਹਿਮਤ ਨਹੀਂ ਕਿ ਮੋਦੀ ਸਾਹਿਬ ਦਾ G20 ਦੇ ਵੀ ਪ੍ਰੈਜ਼ੀਡੈਂਟ, ਉਹ ਵੀ ਅਗਵਾਈ ਕਰ ਰਹੇ ਆ। ਕੇਜਰੀਵਾਲ ਸਾਹਿਬ ਠੀਕ ਹੈ, CM ਹੈ ਦਿੱਲੀ ਦੇ, ਕੋਈ ਚੁਣੇ ਹੋਏ ਨੁਮਾਇੰਦੇ ਆ, ਅਸੀਂ ਕਿਸੇ ਦੇ ਵਾਸਤੇ ਮਾੜਾ ਨਹੀਂ ਬੋਲਦੇ, ਆਪਣੇ ਲਈ ਕੰਮ ਕਰਨਾ ਚਾਹੀਦਾ। ਇਹਨਾਂ ਦਾ ਤਾਂ ਪਾਰਟੀ ਦੇ ਸਾਰੇ ਸੋਚਣਗੇ ਵੀ ਇਦਾਂ ਹੋਵੇ, ਪਰ ਇਦਾਂ ਸੱਚ ਨਹੀਂ ਹੈ। ਮੋਦੀ ਸਾਹਿਬ ਦੇ ਇੱਕ ਅਲੱਗ ਸ਼ਖਸੀਅਤ ਹੈ ਜਿਨ੍ਹਾਂ ਨੇ ਕਈ ਚੀਜ਼ਾਂ ਇਹੋ ਜਿਹੀਆਂ ਕਰਕੇ ਦਿਖਾਤੀਆਂ ਜਿਹੜੀਆਂ ਪਹਿਲਾਂ ਕਦੀ ਨਹੀਂ ਹੋਈਆਂ ਸੀਗੀਆਂ ਜੀ। ਦੂਜੀ ਗੱਲ ਹੈ, ਦੇਖੋ MCD ਨੂੰ ਲੈ ਕੇ ਜੇ ਆਪਾਂ ਦੇਸ਼ ਦੀ ਗੱਲ ਕਰੀਏ ਤੇ ਉਹ ਠੀਕ ਨਹੀਂ ਹੋਏਗਾ, ਕਿਉਂਕਿ ਕੱਲ ਜਿਹੜੀਆਂ ਦੋ ਸਟੇਟਾਂ ਜਿਹੜੀਆਂ ਪੰਜਾਬ ਦੇ ਨਾਲ ਇੱਕ ਸਟੇਟ ਦਾ ਬਿਲਕੁਲ ਨਾਲ ਲੱਗ ਰਹੀ ਹੈ,
ਉਸ ਸਟੇਟ ਦੇ ਵਿੱਚ ਇਹਨਾਂ ਨੂੰ ਪੰਜਾਬ ਦੀ ਕਾਰਜਕਾਰੀ ਦਾ ਜ਼ਰੂਰ ਅਸਰ ਪਤਾ ਲੱਗੂਗਾ ਵੀ ਜੇ ਪੰਜਾਬ 'ਚ ਇਹਨੇ ਕੰਮ ਕੀਤਾ ਚਲੋ। ਉਹਦਾ ਰਿਜ਼ਲਟ ਹਿਮਾਚਲ 'ਚ ਇਹਨਾਂ ਨੂੰ ਜੀ, ਦੇਖਣ ਨੂੰ ਜੀ। ਮਿਲ ਜਾਊਗਾ, ਪਤਾ ਲੱਗ ਜਾਊਗਾ। ਬਿਲਕੁਲ। ਜੇ ਨਹੀਂ ਉਸੇ ਕੀਤਾ ਹੋਊਗਾ ਤਾਂ ਫਿਰ ਪਤਾ ਲੱਗ ਇਜਾਜ਼ਤ ਜਾਊਗਾ। ਨਹੀਂ ਦੇ ਰਿਹਾ। ਆਪਾਂ ਬਾਕੀ ਮਹਿਮਾਨਾਂ ਤੋਂ ਵੀ ਮੈਂ ਇਸ ਮੁੱਦੇ ਤੇ ਕਮੈਂਟ ਲੈਣਾ ਚਾਹਾਂ। ਕਮਰ ਹਰਪ੍ਰੀਤ, ਕਾਂਗਰਸ ਜਿੱਦਾਂ ਰੁਪਾਲ ਜੀ ਨੇ ਕਿਹਾ ਕਿ ਦੇਸ਼ ਦੇ ਵਿੱਚ ਇਸ ਵੇਲੇ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਬੇਸ਼ੱਕ ਕਾਫੀ ਮੁਸ਼ਕਲ ਸਥਿਤੀਆਂ 'ਚੋਂ ਇਸ ਵੇਲੇ ਗੁਜ਼ਰ ਰਹੀ ਹੈ ਕਾਂਗਰਸ, ਪਰ ਦੂਜੇ ਪਾਸੇ ਜਿਹੜੇ ਦਿੱਲੀ ਦੇ ਨਤੀਜੇ ਹੈ ਉਹ ਜ਼ਰੂਰ ਆਪ ਨੂੰ ਉਤਸ਼ਾਹਿਤ ਕਰ ਰਿਹਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਅਰਵਿੰਦ ਕੇਜਰੀਵਾਲ ਕੌਮੀ ਪੱਧਰ ਤੇ, ਅਰਵਿੰਦ ਕੇਜਰੀਵਾਲ ਭਗਵੰਤ ਮਾਨ, ਇਹ ਜੋੜੀ ਟੱਕਰ ਦੇਗੀ ਕੌਮੀ ਪੱਧਰ ਦੀ ਰਾਜਨੀਤੀ 'ਚ। ਸੰਖੇਪ ਦੇ ਵਿੱਚ ਮੈਂ ਕਮੈਂਟ ਲੈਣਾ ਚਾਹਾਂਗਾ ਤੁਹਾਡੇ। ਅਸਲ ਦੇ ਵਿੱਚ ਨਾ ਜੀ ਜਿਹੜੀ ਇਹਨਾਂ ਦੀ ਕਾਰਜਸ਼ੈਲੀ ਹੈ, ਇੱਕ ਨਾ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਵਾੜ, ਇੱਕ ਰਹੇਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਤੇ ਇਹ ਗੱਲ ਇਹ ਹੈ ਵੀ ਇਹ ਜਿਹੜੀਆਂ ਵਿਸ ਗੰਦਲਾਂ ਜਿਹੜੇ ਇਹ ਲੋਕਾਂ ਨੂੰ ਗੁੰਮਰਾਹ ਕਰਨ ਨੂੰ ਪ੍ਰਚਾਰ ਕਰਕੇ, ਠੀਕ ਹੈ ਉੱਪਰੋਂ ਚੰਗੇ ਲੱਗਦੇ, ਲੇਕਿਨ ਅੰਦਰੋਂ ਇਹਨਾਂ ਦੇ ਵਿੱਚ ਜਿਹੜੀ ਹੈ ਨਾ ਲੋਕਾਂ ਦੇ ਪ੍ਰਤੀ ਕੋਈ ਚੰਗੀ ਭਾਵਨਾ ਨਹੀਂ ਹੈ। ਤੇ ਦੂਸਰੇ ਪਾਸੇ ਜੇ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਨੇ, ਜਿਸ ਤਰ੍ਹਾਂ ਆਪਾਂ ਨੂੰ ਪਤਾ ਵੀ ਦਿੱਲੀ ਦੇ ਵਿੱਚ ਜੇ ਗੱਲ ਕਰੀਏ ਸਾਰਾ ਕੁਝ ਇਨਫਰਾਸਟ੍ਰਕਚਰ ਸਾਰਾ ਕੁਝ ਤਿਆਰ ਕੀਤਾ, ਇਹਨਾਂ ਨੂੰ ਬਣਾਇਆ ਮਿਲ ਗਿਆ। ਹੁਣ ਇਹ ਸਰਕਾਰੀ ਖਜ਼ਾਨੇ ਨੂੰ ਜਿਸ ਤਰੀਕੇ ਨਾਲ ਕੁੰਡਲੀ ਮਾਰ ਕੇ ਬੈਠੇ ਆ ਔਰ ਉਹਦਾ ਮਿਸਯੂਜ਼ ਕਰ ਰਹੇ ਆ, ਕਿਉਂਕਿ ਉਸੇ ਖਜ਼ਾਨੇ ਦੀ ਵਰਤੋਂ ਕਰਕੇ ਦਿੱਲੀ ਨੂੰ ਇੰਨਾ ਵਧੀਆ ਤਰੀਕੇ ਦੀ ਬਣਾਇਆ ਗਿਆ ਤੇ ਅੱਜ ਉਸ ਖਜ਼ਾਨੇ 'ਚੋਂ ਇਹ ਬਿਜਲੀ ਦੇ ਬਿੱਲ ਮਾਫ ਕਰਕੇ ਤੇ ਪਾਣੀ ਦੇ ਕੇ ਇਹ ਕਹਿੰਦੇ ਵੀ ਸਾਰਾ ਅਸੀਂ ਪੂਰਾ ਕਰਤਾ। ਇੱਦਾਂ ਨਹੀਂ ਹੁੰਦਾ। ਇਹ ਅਸਲ ਦੇ ਵਿੱਚ ਜਿਹੜੀ ਖਜ਼ਾਨੇ ਨੂੰ ਸੰਨ ਲਾਈ ਜਾ ਰਹੀ ਹੈ ਉਹ ਇਹਨਾਂ ਦੇ ਨਿਕਲਣਗੇ, ਹਜੇ ਉਹ ਹੌਲੀ ਹੌਲੀ ਨਿਕਲਣਗੇ ਕੇਸ, ਤੇ ਫਿਰ ਪਤਾ ਲੱਗੂਗਾ ਵੀ ਉਹ ਕਿੱਧਰ ਨੂੰ ਜਾ ਰਿਹਾ, ਕਿਉਂਕਿ ਉਸੇ ਖਜ਼ਾਨੇ ਦੀ ਵਰਤੋਂ ਕਰਕੇ ਜੇ ਇੰਨਾ ਵੱਡਾ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾ ਸਕਦਾ ਹੈ ਤਾਂ ਕੀ ਹੋਰ ਕੀ। ਸੋ ਇਸ ਕਰਕੇ ਇਹ ਤਾਂ ਕੇਵਲ ਬਿਜਲੀ ਪਾਣੀ ਦੇ ਕੇ ਸਾਰਾ ਪੂਰਾ ਲੈ ਲਈਏ। ਮਿੱਤਲ ਸਾਹਿਬ, ਪੰਜਾਬ ਦੀ ਇੱਕ ਬੜੀ ਵੱਡੀ ਚਰਚਾ ਤੇ ਕਹਾਵਤ ਹੈ, ਕਿਹਾ ਜਾਂਦਾ ਕਿ ਦਿੱਲੀ ਅਜੇ ਦੂਰ ਹੈ। ਆਪ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਦਿੱਲੀ ਦੂਰ ਹੈ, ਪਰ ਦਿੱਲੀ 'ਚ ਬੈਠਿਆਂ ਹੀ ਦੂਜੇ ਮਹਿਮਾਨਾਂ ਦੀ ਰਾਏ ਕਿ ਪਾਰਲੀਮੈਂਟ ਅਜੇ ਦੂਰ ਨਜ਼ਰ ਆ ਰਹੀ ਹੈ ਆਪ ਨੂੰ, ਜਿੱਦਾਂ ਆਪ ਸੋਚਦੀ ਹੈ। ਜੀ ਮਿੱਤਲ ਸਾਹਿਬ, ਗੱਲ ਇਹ ਹੈ, ਇਹ ਹਰ ਬੰਦੇ ਦੀ ਆਪਣੀ ਆਪਣੀ ਰਾਏ ਹੋ ਸਕਦੀ ਹੈ, ਪਰ ਜਿੱਥੇ ਤੱਕ ਸਾਡਾ ਸਵਾਲ ਆ, ਅਸੀਂ ਪਾਰਟੀ ਦੀ ਕਾਰਗੁਜ਼ਾਰੀ ਤੋਂ ਸੈਟੀਸਫਾਈਡ ਹਾਂ। 10 ਸਾਲ ਦੇ ਅੰਦਰ ਪਾਰਟੀ ਨੇ ਲਗਾਤਾਰ ਦਿੱਲੀ ਤੋਂ ਲੈ ਕੇ ਪੰਜਾਬ ਹੁੰਦੇ ਹੋਏ ਗੁਜਰਾਤ ਗੋਆ ਤੱਕ ਚੋਣਾਂ ਲੜ ਲਈਆਂ ਤੇ ਪਾਰਟੀ ਅੱਛਾ ਪਰਫਾਰਮ ਕਰ ਰਹੀ ਹੈ। ਔਰ ਪਾਰਟੀ ਬਣਨ ਤੋਂ 1 ਸਾਲ ਦੇ ਵਿੱਚ ਸੀਐਮ ਸਾਹਿਬ ਕੇਜਰੀਵਾਲ ਸਾਹਿਬ ਸੀਐਮ ਬਣ ਗਏ ਨੇ। ਕਿਸੇ ਪਾਰਟੀ ਦਾ ਕੋਈ ਬੰਦਾ 1 ਸਾਲ ਦੇ ਵਿੱਚ ਕਦੇ ਸੀਐਮ ਨਹੀਂ ਬਣਿਆ। ਤੇ ਅੱਜ ਸਾਡੇ ਕੋਲ ਪੰਜਾਬ ਦੇ ਅੰਦਰ ਸਰਕਾਰ ਹੈਗੀ ਆ ਤੇ ਅਸੀਂ ਪਾਰਟੀ ਦੀ ਕਾਰਗੁਜ਼ਾਰੀ ਤੋਂ ਸੈਟੀਸਫਾਈਡ ਆ। ਸਾਡੇ 10 ਰਾਜ ਸਭਾ ਮੈਂਬਰ ਨੇ ਤੇ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਸਾਡੇ 4 ਸੰਸਦ ਵੀ ਰਹਿ ਚੁੱਕੇ ਨੇ ਤੇ ਅਸੀਂ 2024 ਦੇ ਵਿੱਚ ਵਧੀਆ ਪਰਫਾਰਮ ਕਰਾਂਗੇ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਬਦਲਵਾਂ ਅਲਟਰਨੇਟਿਵ ਜਿਹੜਾ ਹੈਗਾ ਉਹ ਬਹੁਤ ਬਹੁਤ ਮਿਹਰਬਾਨੀ। ਗੋਸ਼ਾ ਜੀ ਸਮਾਂ ਨਹੀਂ ਆ, 2 ਲਾਈਨਾਂ ਦਾ ਕਮੈਂਟ ਪਲੀਜ਼। ਸਿਰਫ ਐਮਪੀ ਦੀ ਇਲੈਕਸ਼ਨ ਦੇ ਵਿੱਚ ਸੰਗਰੂਰ 'ਚ ਇਹਨਾਂ ਨੂੰ ਟ੍ਰੇਲਰ ਹੀ ਸਰਕਾਰ ਦੇ ਹੁੰਦੇ ਹੀ ਮਿਲ ਗਿਆ। ਇੱਕ ਐਮਪੀ ਸੀ ਉਹ ਵੀ ਹਾਰ ਗਿਆ, ਉਹ ਜਿਹੜੀ ਇਹਨਾਂ ਦੀ ਰਾਜਧਾਨੀ ਸੀ। ਆਪਾਂ ਸੰਗਰੂਰ ਦੀ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਦਿੱਲੀ ਨਗਰ ਨਿਗਮ ਜਿਹੜੇ ਉਸਦੇ ਨਤੀਜੇ ਆਏ, ਇਹਦੇ ਬਾਰੇ ਕੋਈ ਦੋ ਰਾਏ ਨਹੀਂ ਕਿ ਆਪ ਨੂੰ ਬੜੀ ਵੱਡੀ ਇੱਕ ਚੜ੍ਹਤ ਹੁਲਾਰਾ ਮਿਲਿਆ ਕਿ ਕੌਮੀ ਪੱਧਰ ਤੇ ਵੀ ਇਸ ਦਾ ਕੋਈ ਪ੍ਰਭਾਵ ਜਾਏਗਾ, ਬਹੁਤ ਵੱਡਾ ਸਵਾਲ ਹੈ। ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿੰਨਾ ਕੁ ਕਾਰਗਰ ਹੈ। ਇਹ ਜ਼ਰੂਰ ਹੈ ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦੇ ਆਪਾਂ ਧੰਨਵਾਦੀ ਹਾਂ ਤੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।